ਸਤਿ ਸ਼੍ਰੀ ਅਕਾਲ। ਆਈਵਰ ਟੀਵੀ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਹਾਂ ਜਸਪਾਲ ਮਾਨ ਤੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰਸਾਰ। ਸੋਮਵਾਰ ਦਾ ਦਿਨ ਹੈ, ਸੋ ਸਿਆਸਤ ਤੋਂ ਸ਼ੁਰੂਆਤ ਕਰਾਂਗੇ। ਜੇ ਸਿਆਸਤ ਦੀ ਗੱਲ ਹੋ ਰਹੀ ਹੈ ਤਾਂ ਫਿਰ ਸੰਗਰੂਰ ਚੱਲਦੇ ਹਾਂ। ਸਭ ਤੋਂ ਪਹਿਲਾਂ ਸੰਗਰੂਰ ਦੀ ਗੱਲਬਾਤ ਕਰਾਂਗੇ। ਲੋਕ ਸਭਾ ਹਲਕਾ ਸੰਗਰੂਰ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਚਰਚਾ ਹੋ ਰਹੀਆਂ ਨੇ ਕਿ ਭਗਵੰਤ ਮਾਨ ਤੇ ਗੋਲਡੀ ਦੁਬਾਰਾ ਫਿਰ ਆਮਣੇ ਸਾਹਮਣੇ ਹੋ ਸਕਦੇ ਆ। ਕੀ ਇਹ ਪੂਰੀ ਕਹਾਣੀ ਦੱਸਾਂਗੇ। ਚਰਚਾਵਾਂ ਤੋਂ ਅੱਗੇ ਦੀ ਕਹਾਣੀ ਵੀ ਗੱਲਬਾਤ ਕਰਾਂਗੇ। ਇਸ ਦੇ ਨਾਲ ਹੀ ਹੋਰ ਖਬਰਾਂ 'ਤੇ ਚਰਚਾ ਕਰਾਂਗੇ। ਜਾਣਾਂਗੇ ਕਿ ਹੁਣ PCA ਦਾ ਪ੍ਰਧਾਨ ਕੌਣ ਬਣ ਗਿਆ, ਸਿੱਧੂ ਨਾਲ ਕੀ ਲਿਹਾਜ਼ ਆ, ਕਿਸ ਤਰ੍ਹਾਂ ਦੇ ਨਾਲ ਕਹਾਣੀ ਅੱਗੇ ਵੱਧਦੀ ਹੈ। ਪੂਰੀ ਕਹਾਣੀ ਤੁਹਾਨੂੰ ਦੱਸਾਂਗੇ। ਇਸ ਦੇ ਨਾਲ ਹੀ ਅੱਗੇ ਹੋਰ ਖਬਰਾਂ ਦੇ ਉੱਤੇ ਵੀ ਚਰਚਾ ਕਰਾਂਗੇ। ਪਹਿਲਾਂ ਮਿੰਟੂ ਨੂੰ ਨਾਲ ਜੋੜ ਲੈਂਦੇ ਹਾਂ, ਫਿਰ ਅੱਗੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅਤੇ ਨਾਲ ਦੀ ਨਾਲ ਜੇ ਕੋਈ ਇਹਨਾਂ ਖਬਰਾਂ ਤੋਂ ਇਲਾਵਾ ਕੋਈ ਹੋਰ ਖਬਰ ਤੁਹਾਨੂੰ ਲੱਗਦੀ ਹੈ ਕਿ ਉਹਦੇ ਉੱਤੇ ਵਿਚਾਰ ਚਰਚਾ ਹੋਣੀ ਲਾਜ਼ਮੀ ਹੈ ਤਾਂ ਕਮੈਂਟ ਕਰ ਦਿਓ ਅਤੇ ਕਮੈਂਟ ਦਾ ਜਵਾਬ ਮਿੰਟੂ ਜੀ ਤੋਂ ਲਵਾਂਗੇ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ ਮਾਨ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸੋਮਵਾਰ ਦੇ ਦਿਨ ਮਿੰਟੂ ਜੀ, ਔਰ ਸਿਆਸਤ ਵੀ ਖਾਸੀ ਗਰਮਾ ਗਈ ਦੁਬਾਰਾ ਤੋਂ ਸੰਗਰੂਰ ਵਾਲੇ ਪਾਸੇ ਤੋਂ। ਗਰਮਾ ਗਰਮ ਸਿਆਸਤ ਦੇ ਵਿੱਚ ਮੈਂ ਅੱਜ ਆਪਣਾ ਚਸ਼ਮਾ ਵੀ ਘਰ ਭੁੱਲ ਆਇਆ। ਵਾਹ ਜੀ ਵਾਹ ਵਾਹ। ਕਿਉਂਕਿ ਸਿਆਸਤ ਦੀ ਗਰਮੀ ਕੁਛ ਇਸ ਕਿਸਮ ਦੀ ਹੁੰਦੀ ਹੈ, ਤੁਹਾਡੇ ਦਿਮਾਗ 'ਚ ਗਰਮੀ ਲਿਆ ਰੱਖਦੀ ਹੈ। ਜੀ ਜੀ ਜੀ। ਖੈਰ ਸੋਮਵਾਰ ਨੂੰ ਹੁਣ ਪਤਾ ਨਹੀਂ ਅੱਗੇ ਜਾ ਕੇ ਸਿਆਸਤ ਕਿਸ ਕਰਵਟ ਬੈਠੇਗੀ, ਪਰ ਵਕਤ ਦੇ ਜੇ ਬੀਤਦੇ ਚੱਕੇ ਅਨੁਸਾਰ, ਘੁੰਮਦੇ ਚੱਕੇ ਅਨੁਸਾਰ ਦੇਖੀਏ ਤਾਂ ਹਫ਼ਤੇ ਦਾ ਜਿਹੜਾ ਸਾਡਾ ਇਹ ਆਖਰੀ ਪ੍ਰੋਗਰਾਮ ਹੈ, ਜਿਹਦੇ ਨਾਲ ਕਹਿ ਲਓ ਕਿ ਅਸੀਂ ਵਾਬਸਤਾ ਹੋਏ ਹਾਂ ਆਡੀਅੰਸ ਦੇ। ਇੱਕ ਦਿਨ ਦਾ ਬ੍ਰੇਕ ਵੀ ਸੀਗਾ ਸਾਡਾ, ਪਰ ਜਿਹੜਾ ਇਹ ਹਫ਼ਤਾ ਹੈ ਨਾ, ਹਫ਼ਤੇ ਦਾ ਜਿਹੜਾ ਅੰਤਲਾ ਖਾਸਾ ਹੀ ਗਰਮ ਹੋ ਗਿਆ। ਕਿਉਂਕਿ ਟੈਂਪਰੇਚਰ ਜੇ ਦੇਖੋਗੇ 3-4 ਦਿਨ 5 ਦਿਨ ਮੀਂਹ ਤੋਂ ਬਾਅਦ ਥੋੜ੍ਹਾ ਮਤਲਬ ਕਿ ਪਾਰਾ ਲੁੜਕ ਗਿਆ, ਫਿਰ ਉਸ ਤੋਂ ਬਾਅਦ ਉਹ ਹੁਣ ਚੱਕਤਾ ਕੰਮ ਹੋ ਗਈ ਕੁਦਰਤ ਨੇ। ਅਤੇ ਇੱਧਰੋਂ ਵੀ ਸਿਆਸਤ ਜਿਹੜੀ ਸੀ ਨਾ, ਉਹ ਕੁਛ ਸਮੇਂ ਵਾਸਤੇ ਬੜਾ ਕਹਿ ਲਓ ਕਿ ਜਿੱਦਾਂ ਬਰਫੀਲਾ ਜਿਹਾ ਬੱਤਾ ਹੁੰਦਾ ਗੋਲੀ ਵਾਲਾ, ਉੱਦਾਂ ਥੋੜ੍ਹੀ ਠੰਡੀ ਹੋ ਗਈ ਸੀ। ਪਰ ਅਚਾਨਕ ਛੁੱਟੀਆਂ ਦੇ ਵਿੱਚ ਅੱਜ ਤੁਸੀਂ ਦੇਖੋ ਕਿ ਕੈਸੀਆਂ ਗਰਮਾ ਗਰਮ ਖਬਰਾਂ ਆ ਰਹੀਆਂ ਨੇ ਕਿ ਉੱਧਰ ਬਹੁਤ ਵੱਡਾ ਇੱਕ ਭੇੜ ਚੱਲ ਰਿਹਾ ਹੈ सोशल मीडिया पे। प्रगट सिंह की, बाजवा की दैत नहीं वो मतलब कि दनादन एक दूजे ते मेरे ख्याल दे नाल डॉक्टर दलजीत सिंह चीमा वो भी विच कुदे हुए दे दनादन ट्वीट चल रहे हैं। मतलब कि कुल मिला के हफ्ते का जिहड़ा आखिरी दिन है पूरा राजनीति के पक्षों गर्म है। जी 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 बिल्कुल बिल्कुल। पहले तो मुबारकबाद दे रहे तुहानूं DDM2 ਦੇ ਲਈ ਉਹਦੇ ਲਈ ਮੁਬਾਰਕਾਂ। ਸਾਰੀ ਟੀਮ ਨੂੰ ਮੁਬਾਰਕਬਾਦ। ਮਿੰਟੂ ਜੀ ਸ਼ੁਰੂਆਤ ਕਰਦੇ ਹਾਂ ਕਿ ਕਿਵੇਂ ਲੱਗਦਾ ਤੁਹਾਨੂੰ, ਮਤਲਬ ਖਾਸ ਕਰਕੇ ਸੰਗਰੂਰ ਵਾਲਾ ਜਿਹੜਾ ਮੈਚ ਆ। ਦੇਖੋ ਹਾਲੇ ਫੋਟੋਆਂ ਤਾਂ ਵੈਸੇ ਖਾਸੀਆਂ ਵਾਇਰਲ ਹੋ ਗਈਆਂ, ਉੱਧਰੋਂ ਬੀਬੀ ਦੀਆਂ ਭੈਣ ਜੀ ਦੀਆਂ ਫੋਟੋਆਂ ਵੀ ਵਾਇਰਲ ਹੋ ਗਈਆਂ ਅਤੇ ਹੋ ਸਕਦਾ ਕਹਿੰਦੇ ਕਿ ਆ ਜਾਣ ਗੋਲਡੀ ਜੀ ਮੈਦਾਨ ਦੇ ਵਿੱਚ ਧੂਰੀ ਵਾਲਾ, ਫਿਰ ਇੱਥੇ ਚੀਜ਼ਾਂ ਦੇਖਣ ਨੂੰ ਮਿਲ ਜਾਣ। ਹਾਂ, ਪੋਸਟਰ ਖਾਸੇ ਵਾਇਰਲ ਹੋ ਰਹੇ ਨੇ ਜੀ। ਅਤੇ ਪੋਸਟਰ ਦੇ ਵਿੱਚ ਵੈਸੇ ਜੇ ਤੁਸੀਂ ਦੇਖੋਗੇ ਆਮ ਆਦਮੀ ਪਾਰਟੀ ਵਾਲਿਆਂ ਦਾ ਨਾ ਜਿਹੜਾ ਖਾਸ ਤੌਰ 'ਤੇ ਜਿਹੜਾ ਇਹਨਾਂ ਦਾ ਕੁਨਬਾ, ਅਤੇ ਉਹਦੇ ਵਿੱਚੋਂ ਭਗਵੰਤ ਮਾਨ ਦਾ ਜਿਹੜਾ ਖਾਸ ਤੌਰ 'ਤੇ ਇੱਕ ਸਮਰਥਕ ਵਰਗ ਹੈ, ਉਹ ਇੱਥੋਂ ਹੀ ਸ਼ੁਰੂ ਕਰ ਦਿੰਦੇ ਆ ਕਹਾਣੀ। ਤੁਹਾਨੂੰ ਯਾਦ ਹੋਏਗਾ ਜਦੋਂ ਇਹਨਾਂ ਨੂੰ CM ਫੇਸ ਨਹੀਂ ਸੀ ਐਲਾਨਿਆ ਜਾ ਰਿਹਾ, ਯਾਦ ਹੈ ਤੁਹਾਨੂੰ, ਇੱਕ ਪੂਰੀ ਮੂਵਮੈਂਟ ਖੜੀ ਹੋ ਗਈ ਸੋਸ਼ਲ ਮੀਡੀਆ 'ਤੇ ਜੀ, ਤਾਂ ਪੋਸਟਰ ਪੈਣੇ ਸ਼ੁਰੂ ਹੋ ਗਏ ਜੀ। ਤਾਂ ਉਸ ਤੋਂ ਬਾਅਦ ਫਿਰ ਗੱਲ ਅੱਗੇ ਵੱਧਦੀ ਹੈ। ਤਾਂ ਇਹ ਕੰਮ ਇਸੇ ਤਰ੍ਹਾਂ ਹੀ ਸ਼ੁਰੂ ਹੁੰਦਾ ਹੈ ਕਿ ਸੋਸ਼ਲ ਮੀਡੀਆ 'ਤੇ ਜਦੋਂ ਇਸ ਤਰ੍ਹਾਂ ਦਾ ਇਹ ਇੱਕ ਵਰਗ ਜਿਹੜਾ ਖਾਸ ਤੌਰ 'ਤੇ ਭਗਵੰਤ ਮਾਨ ਦੇ ਨਾਲ ਜੁੜਿਆ, ਤੁਹਾਨੂੰ ਮਨੋਂ ਕਹਿ ਸਕਦੇ ਹਾਂ, ਤਾਂ ਉਹ ਵਰਗ ਜਦੋਂ ਇਸ ਤਰ੍ਹਾਂ ਦੀ ਕੋਈ ਮੁਹਿੰਮ ਉਲੀਕਦਾ, ਉਹਨੂੰ ਅਮਲ 'ਚ ਲਿਆਉਂਦਾ ਹੈ ਜੀ, ਤਾਂ ਫਿਰ ਉਹ ਜਿਹੜੀ ਚਰਚਾ ਹੈ ਨਾ, ਉਹ ਚਰਚਾ ਐ ਨਹੀਂ ਹੁੰਦੀ ਕਿ ਜਿਵੇਂ ਤੁਹਾਨੂੰ ਯਾਦ ਹੋਏਗਾ ਕਿ ਰਾਜੇਵਾਲ ਬਣੇਗਾ ਮੁੱਖ ਮੰਤਰੀ, ਜਾਂ ਅਸੀਂ ਚਾਹੁੰਦੇ ਹਾਂ ਰਾਜੇਵਾਲ ਬਣੇ ਮੁੱਖ ਮੰਤਰੀ, ਪੋਸਟਰ ਲੱਗ ਗਏ, ਰਾਜੇਵਾਲ ਹੋਰੀ ਕਹਿੰਦੇ ਕਿ ਨਹੀਂ ਜੀ ਮੈਂ ਤਾਂ ਦਿੱਲੀ ਬੈਠਾ। ਮਤਲਬ ਕਿ ਇਸ ਟਾਈਪ ਦੀ ਨਹੀਂ ਹੈ। ਹਾਲਾਂਕਿ ਉਹਨਾਂ ਪੋਸਟਰਾਂ 'ਚ ਵੀ ਇੱਕ ਕਹਿੰਦੇ ਆ ਕਿ ਝੋਲ ਸੀ ਜੀ, ਉਹ ਪੋਸਟਰ ਐਵੇਂ ਨਹੀਂ ਸਨ ਲੱਗੇ, ਔਰ ਉਹ ਗੱਲ ਸੱਚ ਵੀ ਹੋਈ ਕਿ ਮੁੜ ਕੇ ਰਾਜੇਵਾਲ ਸਾਹਿਬ ਵੀ ਜਿਹੜਾ ਸੀਗਾ ਉੱਥੋਂ ਭਜਾ ਕੇ ਟਰੈਕਟਰ ਦਿੱਲੀ ਤੋਂ ਸਿੱਧਾ ਉਹ ਵੀ ਲੈ ਆਏ ਪੰਜਾਬ ਦੀ ਸਿਆਸਤ ਦੇ ਵਿੱਚ। ਤਾਂ ਬਹਰਹਾਲ ਇਹ ਜਿਹੜੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੋਸਟਰ ਆ, ਇਹ ਅਗਲੀ ਕਹਾਣੀ ਬਿਆਨਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਾਨ ਸਾਹਿਬ ਦੀ ਫੈਮਿਲੀ 'ਚ ਟਿਕਟ ਜਾ ਸਕਦੀ ਆ ਜੀ, ਕਿਉਂਕਿ ਮਾਹੌਲ ਬਣਨਾ ਸਟਾਰਟ ਹੋ ਗਿਆ। ਔਰ ਵੈਸੇ ਵੀ ਜੇ ਤੁਸੀਂ ਦੇਖੋਗੇ ਇਹਨਾਂ ਦੀ ਭੈਣ ਜੀ ਹੈ ਜਿਹੜੇ ਮਨਪ੍ਰੀਤ ਕੌਰ ਹੈ, ਉਹਨਾਂ ਦਾ ਨਾਮ ਸ਼ਾਇਦ ਮਨਪ੍ਰੀਤ ਕੌਰ, ਤਾਂ ਉਹਨਾਂ ਦੀ ਇੱਕ ਸਟੇਟਮੈਂਟ ਵੀ ਪਿਛਲੇ ਦਿਨ ਹੀ ਖਾਸੀ ਉਹ ਮਾਇਨਾਖੇਜ਼ ਸੀਗੀ, ਜਦੋਂ ਸਾਈਕਲ ਰੈਲੀ ਵਾਲੇ ਦਿਨ ਜੀ ਸ਼ਾਇਦ ਉਸੇ ਦਿਨ ਦੀ ਸੀ। ਬਹੁਤ ਸਾਰੇ ਚੈਨਲਾਂ ਨੇ ਟੈਲੀਕਾਸਟ ਕੀਤਾ ਸੀ, ਵੈਸੇ ਸਾਰੇ ਚੈਨਲ ਹੀ ਪਹੁੰਚ ਗਏ ਸਨ। ਉਹ ਰੈਲੀ ਦਾ ਰੇਲਾ ਵੀ ਮੇਰੇ ਖਿਆਲ ਦੇ ਨਾਲ ਜੈ ਜੈਕਾਰ ਐਵੇਂ ਥੋੜ੍ਹੀ ਹੋ ਗਈ ਸੀਗੀ, ਜੈ ਜੈਕਾਰ ਪਿੱਛੇ ਵੀ ਮੇਰੇ ਖਿਆਲ ਦੇ ਨਾਲ ਸਾਰਾ ਕੌਨਸੈਪਟ ਜਿਹੜਾ ਹੈ ਨਾ ਪੂਰਾ ਉਲੀਕਿਆ ਗਿਆ ਸੀਗਾ ਜੀ ਜੀ ਜੀ।
ਅੱਛਾ, ਉਸ ਰੈਲੀ ਦੇ ਵਿੱਚ ਜਿਸ ਤਰ੍ਹਾਂ ਭੈਣ ਜੀ ਬੋਲ ਰਹੇ ਸਨ ਕਿ ਜੇ ਪਾਰਟੀ ਚਾਹੇਗੀ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਜਦੋਂ ਬੰਦਾ ਇਹ ਕਹਿਣਾ ਸਟਾਰਟ ਕਰ ਦਿੰਦਾ ਹੈ ਨਾ ਕਿ ਬਈ ਦੇਖੋ ਜਿਹੜੇ ਆਮ ਹੁੰਦੇ ਆ ਨਾ ਮੇਰੇ ਤੁਹਾਡੇ ਵਰਗੇ, ਥੋੜ੍ਹੇ ਜਿਹੇ ਫੇਮਸ ਹੋ ਜਾਣਾ, ਅੱਜ ਕੱਲ੍ਹ ਫੇਸਬੁੱਕ ਦਾ ਜਾਂ ਯੂਟਿਊਬ ਦਾ ਜ਼ਮਾਨਾ ਹੈ, ਥੋੜ੍ਹਾ ਜਿਹਾ ਵੀ ਹੋ ਜਾਵੇ ਫੇਮਸ ਬੰਦਾ ਕੋਈ ਵੀ ਫੇਸ, ਅਤੇ ਉਹਨੂੰ ਪੁੱਛਿਆ ਜਾਂਦਾ ਰਾਜਨੀਤੀ 'ਚ ਜਾਏਗਾ। ਹੁਣ ਜੀ ਤਾਂ ਉਹਦਾ ਕਰਦਾ, ਉਹ ਕਹੇਗਾ ਜੇ ਲੋਕ ਚਾਹੁਣਗੇ ਜੀ। ਇਹ ਵੀ ਇੱਕ ਬੜਾ ਹਾਂ, ਇੱਕ ਡਾਇਲੋਗ ਹੈ, ਜੇ ਲੋਕ ਚਾਹੁਣਗੇ ਜੀ ਫਿਰ ਕੀ ਕਰ ਸਕਦੇ, ਜਾਣਾ ਪੈਣਾ, ਫਿਰ ਚੱਲਾਂਗੇ ਜੀ। ਅੱਛਾ, ਉੱਥੇ ਜਿੱਦਾਂ ਕਹਿ ਲਓ ਕਿ ਰਾਜਨੀਤਿਕ ਬੰਦਿਆਂ ਦੀ ਵੀ ਇੱਕ ਪਹੁੰਚ ਹੁੰਦੀ ਹੈ ਕਿ ਜੀ ਦੇਖੋ ਜੀ ਤੇ ਹੁਣ ਅੰਦਰੋਂ ਮਚਲਦਾ, ਜੇ ਪਾਰਟੀ ਕਹੇਗੀ ਹੁਕਮ ਲਾਏਗੀ, ਪਾਰਟੀ ਦਾ ਹੁਕਮ ਥੋੜ੍ਹੀ ਨਾ ਮੋੜ ਸਕਦੇ, ਜੋ ਪਾਰਟੀ ਕਹੇਗੀ, ਜੋ ਪਾਰਟੀ ਆਖੇਗੀ ਬਸ ਆਪਾਂ ਦੇ ਦੇਣਾ, ਆਪਾਂ ਹਾਜ਼ਰ ਹਾਂ। ਤਾਂ ਬੀਬੀ ਜੀ ਦੀ ਜਿਹੜੀ ਸਟੇਟਮੈਂਟ ਸੀਗੀ ਉਹ ਕੁਛ ਇਸੇ ਤਰ੍ਹਾਂ ਦੀ ਸੀਗੀ ਕਿ ਹਾਂਜੀ ਜੇ ਪਾਰਟੀ ਕਹੇਗੀ ਤਾਂ ਫਿਰ ਵੇਖੀ ਜਾਊਗੀ। ਤਾਂ ਹੁਣ ਉੱਥੋਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਾਰੀ ਮਨ ਦੀ ਜਿਹੜੀ ਗੁੰਝਲ ਹੈ ਉਹ ਸਾਫ਼ ਹੋ ਜਾਂਦੀ ਹੈ ਕਿ ਨਹੀਂ, ਜੇ ਮੰਨ ਲਓ ਅੱਜ ਪੋਸਟਰ ਲੱਗੇ ਆ ਤਾਂ ਇਸ ਪੋਸਟਰਾਂ ਦੇ ਪਿਛਲੀ ਕਹਾਣੀ ਜਿਹੜੀ ਆ ਉਹ ਕਾਫੀ ਦਿਨਾਂ ਤੋਂ ਤਿਆਰ ਹੈ, ਕਾਫੀ ਦਿਨਾਂ ਤੋਂ ਤਿਆਰ ਆ। ਤਾਂ ਦੂਸਰੇ ਪਾਸੇ ਹੁਣ ਚਰਚਾ ਇਹ ਆ ਕਿ ਧੂਰੀ ਤੋਂ ਮਾਨ ਸਾਹਿਬ ਦੇ ਖਿਲਾਫ ਹੀ ਚੋਣ ਹਾਰੇ ਜਿਹੜੇ ਗੋਲਡੀ ਜੀ ਆ, ਉਹਨਾਂ ਦੇ ਸੁਪਤਨੀ ਬੀਬੀ ਸਿਮਰਤ ਕੌਰ ਸ਼ਾਇਦ ਉਹਨਾਂ ਦਾ ਨਾਮ ਆ, ਕਿ ਉਹਨਾਂ ਨੂੰ ਮੈਦਾਨ 'ਚ ਉਤਾਰਿਆ ਜਾ ਸਕਦਾ। ਕਿਉਂਕਿ ਦੇਖੋ ਕਾਂਗਰਸ ਦੀ ਇੱਕ ਮਜਬੂਰੀ ਹੈ, ਵੈਸੇ ਤਾਂ ਜੇ ਤੁਸੀਂ ਦੇਖੋਗੇ ਤਾਂ ਸਿਮਰਨਜੀਤ ਸਿੰਘ ਮਾਨ ਆ ਰਹੇ ਨੇ ਜੀ। ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਰਾਜਾ ਵੜਿੰਗ ਨੇ ਵੀ ਪੱਟ ਤੇ ਥਾਪੀ ਮਾਰੀ ਹੈ ਨਾ ਕਿ ਆ ਜਾ ਖੜਾ, ਆ ਜਾ ਸਾਡੇ ਨਾਲ ਵੇਖ ਲਾ ਤਮਾਸ਼ਾ ਚੋਣ ਲੜ ਕੇ, ਤਾਂ ਰਾਜਾ ਵੜਿੰਗ। ਪਰ ਇਸ ਤੋਂ ਬਾਅਦ ਜੇ ਤੁਸੀਂ ਦੇਖੋਗੇ ਉਹ ਥਾਪੀ ਤੇ ਵੱਜੀ ਆ। ਉਸ ਤੋਂ ਬਾਅਦ ਬਾਜਵਾ ਸਾਹਿਬ ਜਾਂ ਕਹਿ ਲਓ ਕਿ ਇਹ ਜਿਹੜੇ ਪ੍ਰਧਾਨ ਨੇ ਵੜਿੰਗ ਜੀ, ਇਹ ਸਾਰੇ ਇਕੱਠੇ ਨੇ, ਭਾਰਤ ਭੂਸ਼ਣ ਆਸ਼ੂ ਵਗੈਰਾ, ਕਿਉਂਕਿ ਇਹਨਾਂ ਦੀ ਜਿਹੜੀ ਚਿੰਤਾ ਹੈ ਉਹ ਇਹਨਾਂ ਦੇ ਮੱਥਿਆਂ ਤੋਂ ਪੜ੍ਹੀ ਜਾ ਸਕਦੀ ਹੈ। ਕਿਉਂਕਿ ਕਾਂਗਰਸ ਦੇ ਇਸ ਵੇਲੇ ਦੇ ਹਾਲਾਤ ਜਿਹੜੇ ਨੇ ਉਹ ਕੁਛ ਇਸ ਕਿਸਮ ਦੇ ਆ ਕਿ ਤੁਸੀਂ ਹਿਸਾਬ ਲਾ ਲਓ ਕਿ ਸਿੱਧੂ ਵਰਗਾ ਫੇਸ ਜੀ ਜਦੋਂ ਜੇਲ੍ਹ ਜਾਂਦਾ ਹੈ ਤਾਂ ਕੁਝ ਘੰਟਿਆਂ ਤੱਕ ਇਹਨਾਂ ਦੇ ਕੁਝ ਬੰਦੇ ਜਸ਼ਨ ਮਨਾਉਂਦੇ ਰਹੇ। ਕਾਂਗਰਸ ਦੀ ਆਹ ਸੂਰਤ ਹਾਲ ਆ ਕਿ ਕਿਸੇ ਬੰਦੇ ਦੇ ਨਾਲ ਖਲੋਣਾ ਤੇ ਕੀ ਹੈ, ਮੋਢੇ ਨਾਲ ਮੋਢਾ ਲਾ ਕੇ, ਬਲਕਿ ਉਹ ਜਿਵੇਂ ਦੁਰਗਾ ਨਹੀਂ ਲਾਂਦਾ ਸੀ ਨਾ, ਸੁਣਿਆ ਤੂੰ ਸਾਡੇ ਉਜੜਨ ਦੇ ਖੁਫੀਆ ਜਸ਼ਨ ਮਨਾਏ ਨੇ, ਮਤਲਬ ਕਿ ਖੁਫੀਆ ਛੱਡੋ, ਇੱਥੇ ਤੇ ਪੂਰੀ ਖੁਸ਼ੀਆ ਜਸ਼ਨ ਸੀਗੇ ਜੀ। ਅੱਛਾ, ਹੁਣ ਕਾਂਗਰਸ ਦੇ ਜਿਹੜੇ ਲੀਡਰ ਨੇ ਉਹਨਾਂ ਦੀ ਕਹਾਣੀ ਬਿਲਕੁਲ ਸਾਫ਼ ਆ ਕਿ ਬਈ ਜੇ ਕਾਂਗਰਸ ਨਹੀਂ ਤੇ ਫਿਰ ਕਹਾਣੀ ਸਾਡੀ ਵੀ ਖਰਾਬ ਆ। ਹੁਣ ਸੰਗਰੂਰ ਵਾਲੀ ਜਿਹੜੀ ਇਹ ਜ਼ਿਮਨੀ ਚੋਣ ਆ ਉਹਨਾਂ ਵਾਸਤੇ ਇੱਕ ਮੌਕਾ ਹੈ, ਜ਼ਿਮਨੀ ਚੋਣ ਉਹਨਾਂ ਵਾਸਤੇ ਇੱਕ ਮੌਕਾ ਇਉਂ ਹੈ ਕਿ ਬਈ ਜੇ ਮਤਲਬ ਕਿ ਜੇ ਅਸੀਂ ਹਾਰਦੇ ਵੀ ਹਾਂ ਤੇ ਇੱਕ ਫਾਈਟ ਦੇ ਕੇ ਹਾਰੀਏ ਤਾਂ ਘੱਟੋ ਘੱਟ ਪੰਜਾਬ ਦੇ ਵਿੱਚ ਇਹ ਮੈਸੇਜ ਜਾਵੇ ਕਿ ਕਾਂਗਰਸ ਹਾਲੇ ਵੀ ਫਾਈਟ 'ਚ ਹੈ ਜੀ। ਮਤਲਬ ਕਿ ਜੇ ਦੂਜੇ ਨੰਬਰ ਦੀ ਪਾਰਟੀ ਹੈ ਤਾਂ ਉਹ ਕਾਂਗਰਸ ਹੀ ਹੈ ਜੀ, ਕਿਉਂਕਿ ਉਹ ਸੱਤਾ 'ਚ ਐਂਟੀ ਇਨਕਮਬੈਂਸੀ ਕਰਕੇ ਬੇਸ਼ੱਕ ਮਤਲਬ ਕਿ ਨਹੀਂ ਰਿਪੀਟ ਹੋ ਸਕੀ, ਪਰੰਤੂ ਅੱਜ ਵੀ ਜੇ ਕਿਸੇ ਕੋਲ ਮੌਕਾ ਹੈ ਤਾਂ ਉਹ ਮੌਕਾ ਕਾਂਗਰਸ ਕੋਲ ਹੀ ਹੈ ਕਿ ਦੁਬਾਰਾ ਸੱਤਾ 'ਚ ਆ ਸਕੇ। ਹੁਣ ਉਹਦੇ ਵਾਸਤੇ ਇਹ ਸਾਫ਼ ਹੈ ਕਿ ਜੇ ਤੁਸੀਂ ਹੁਣ ਵੀ ਆਪਦਾ ਵੋਟ ਬੈਂਕ ਨਾ ਸਾਂਭ ਸਕੇ ਤਾਂ ਆਮ ਆਦਮੀ ਪਾਰਟੀ ਹੁੰਝਾ ਮਾਰ ਜਾਏਗੀ, ਕਿਉਂਕਿ ਉਹਨਾਂ ਦੇ ਕੋਲ ਸੱਤਾ ਦਾ ਐਡਵਾਂਟੇਜ ਹੈ ਜੀ ਜੀ ਜੀ। ਇਸ ਕਰਕੇ ਕਾਂਗਰਸੀ ਜਿਹੜੇ ਆ ਉਹ ਖਾਸੇ ਚਿੰਤਤ ਨੇ। ਵੈਸੇ ਤੇ ਜੇ ਦੇਖੀਏ ਤਾਂ ਜਿਵੇਂ ਮੈਂ 2022 ਵਾਲੇ ਇਲੈਕਸ਼ਨ ਬਾਰੇ ਆਖਿਆ ਸੀਗਾ ਸਿਮਰਨਜੀਤ ਸਿੰਘ ਮਾਨ ਦਾ ਕਿ ਇਹਨਾਂ ਲਈ ਅਸੈਂਬਲੀ ਦੇ ਵਿੱਚ ਪਹੁੰਚਣ ਦਾ ਸ਼ਾਇਦ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸੁਨਹਿਰੀ ਮੌਕਾ ਹੈ, ਔਰ ਹੋ ਸਕਦਾ ਕਿ ਆਖਰੀ ਹੋਵੇ ਜਿਹੜਾ ਬਣਿਆ ਸੀਗਾ, ਬਟ ਉਹਨਾਂ ਦੀ ਸੰਭਾਵਨਾ ਜ਼ਾਹਰਾ ਤੌਰ 'ਤੇ ਇੰਨੀ ਜ਼ਿਆਦਾ ਹੈ ਨਹੀਂ ਸੀ, ਪ੍ਰਬਲ ਹੈ ਨਹੀਂ ਸੀਗੀ। ਉਸੇ ਤਰ੍ਹਾਂ ਜੇ ਤੁਸੀਂ ਦੇਖੋਗੇ ਤਾਂ ਉਹਨਾਂ ਵਾਸਤੇ ਵੀ ਇਹ ਜਿਹੜੀ ਚੋਣ ਆ MP ਵਾਲੀ ਹੋਣ ਬੜੀ ਅਹਿਮ ਹੋ ਜਾਂਦੀ, ਕਿਉਂਕਿ ਲਾਸਟ ਵਾਰ ਸੰਗਰੂਰ ਤੋਂ ਹੀ ਉਹ ਜਿੱਤੇ ਸਨ ਜੀ 1999 'ਚ ਸ਼ਾਇਦ 2000 ਤਾਂ ਫਿਰ ਉਦੋਂ ਤਾਂ ਚੋਣ ਹੋਈ ਨਹੀਂ, 1999 'ਚ ਉਹ ਜਿੱਤੇ ਸਨ ਲਾਸਟ ਵਾਰੀ, ਤਾਂ ਉਹਨਾਂ ਵਾਸਤੇ ਵੀ ਅਹਿਮ ਹੈ ਤਾਂ ਕਾਂਗਰਸ ਵਾਸਤੇ ਵੀ ਅਹਿਮ ਹੈ ਜੀ। ਹੁਣ ਚਰਚੇ ਇਹ ਚੱਲਦੇ ਆ ਕਿ ਸ਼ਾਇਦ ਹੋ ਸਕਦਾ ਕਿ ਅਕਾਲੀ ਦਲ ਬਾਦਲ ਆਪਣਾ ਕੈਂਡੀਡੇਟ ਉੱਥੇ ਨਾ ਉਤਾਰੇ, ਇਹ ਵੀ ਇੱਕ ਚਰਚਾ ਹੈ, ਤੇ ਹੋ ਸਕਦਾ ਕਿ ਬਹੁਤ ਵੱਡਾ ਉਹ ਵੀ ਉਤਾਰ ਦੇਣ ਮੈਦਾਨ ਦੇ ਵਿੱਚ, ਕਿਉਂਕਿ ਭਾਰਤੀ ਜਨਤਾ ਪਾਰਟੀ ਸੁਨੀਲ ਜਾਖੜ ਬਾਰੇ ਵੀ ਸੋਚ ਰਹੀ ਆ। ਤਾਂ ਕੁੱਲ ਮਿਲਾ ਕੇ ਉੱਥੇ ਬੜੀ ਦਿਲਚਸਪ ਜੀ ਕਹਾਣੀ ਬਣ ਰਹੀ ਹੈ ਜੀ ਸੰਗਰੂਰ ਦੇ ਵਿੱਚ। ਤਾਂ ਜਿਹੜੀ ਕਾਂਗਰਸ ਆ ਉਹਦਾ ਇਹੀ ਹੈ ਕਿ ਕੋਈ ਲੋਕਲ ਚਿਹਰਾ ਹੀ ਦਿੱਤਾ ਜਾਵੇ, ਤਾਂ ਲੋਕਲ ਚਿਹਰੇ ਦੀ ਜਿਹੜੀ ਗਰਾਰੀ ਉਹ ਦੋ ਚਿਹਰਿਆਂ ਦੇ ਵਿਚਾਲੇ ਫਸਦੀ ਹੈ। ਉਹ ਕਿਹੜੇ ਆ? ਇੱਕ ਤਾਂ ਵਿਜੇਂਦਰ ਸਿੰਗਲਾ ਜਿਨ੍ਹਾਂ ਨੇ ਲਾਸਟ ਵਾਰੀ ਸੰਗਰੂਰ ਦਾ ਇਲੈਕਸ਼ਨ ਜਿੱਤਿਆ 2009 ਦੇ ਵਿੱਚ, ਤੇ ਇੱਕ ਹੈਗਾ ਫਿਰ ਗੋਲਡੀ ਖੰਗੂੜਾ।
ਇਹਨਾਂ ਦੋ ਚਿਹਰਿਆਂ ਤੇ ਇਸ ਟਾਈਮ ਕਹਿ ਸਕਦੇ ਹਾਂ ਕਿ ਮੰਥਨ ਚਿੰਤਨ ਜਾਂ ਸਲਾਹ ਮਸ਼ਵਰਾ ਹੋ ਰਿਹਾ ਕਿ ਇਹਨਾਂ ਦੋਨਾਂ ਦੇ ਵਿੱਚੋਂ, ਤਾਂ ਕਿ ਕਿਉਂਕਿ ਤੁਸੀਂ ਇੱਕ ਚੀਜ਼ ਨੋਟ ਕਰੋ ਨਾ ਕਿ ਇਕੱਲਾ ਭਗਵੰਤ ਮਾਨ ਹੀ ਸੰਗਰੂਰ 'ਚ ਨਹੀਂ ਹੈ। ਵੱਡੀ ਗੱਲ ਹੈ ਕਿ ਸੰਗਰੂਰ ਦੇ 2 ਮੰਤਰੀ ਵੀ ਹੈ। ਹਾਂ, ਇਹ ਵੀ ਹੈ। ਚੀਮਾ ਸਾਹਿਬ, ਹੇਅਰ ਸਾਹਿਬ, ਹੁਣ 9 ਦੀਆਂ 9 ਹੀ ਉਹਨਾਂ ਨੇ ਆਪਣੇ ਖਾਤੇ 'ਚ ਪਾ ਰੱਖੀਆਂ ਵਿਧਾਨ ਸਭਾ ਦੀਆਂ ਸੀਟਾਂ ਜਿਹੜੀਆਂ ਇਹਦੇ 'ਚ ਪੈਂਦੀਆਂ ਲੋਕ ਸਭਾ ਹਲਕੇ 'ਚ। ਔਰ ਮੋਸਟਲੀ ਸਾਰਿਆਂ ਤੇ ਲੀਡ, ਸਾਰਿਆਂ ਤੇ ਲੀਡ। ਉਹੀ ਮੈਂ ਕਹਿ ਰਿਹਾ ਨਾ ਕਿ ਹੁਣ ਜੇ ਜਿੱਤੇ ਨੇ ਲੀਡ ਤਾਂ ਹੋਏਗੀ, ਸਾਰਾ ਚੀਜ਼ ਗੱਲ ਆ। ਤੇ ਉਹ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਲੀਨ ਸਵੀਪ ਕਹਾਣੀ ਹੈ ਉੱਥੇ ਸੰਗਰੂਰ ਦੇ ਵਿੱਚ, ਉਹਨੂੰ ਥੋੜ੍ਹਾ ਬਹੁਤਾ ਵੀ ਆਪਣੇ ਪੱਖ 'ਚ ਮੋੜਨ ਵਾਸਤੇ ਕਾਂਗਰਸ ਲਈ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ। ਇਸ ਕਰਕੇ ਇਹ ਇੱਕ ਚਰਚਾ ਨਿਕਲੀ ਹੈ। ਇਹ ਨਹੀਂ ਆਪਾਂ ਕਹਿ ਸਕਦੇ ਕਿ ਵਾਕਿਆ ਹੁਣ ਗੋਲਡੀ ਦੀ ਫੈਮਿਲੀ ਨੂੰ ਟਿਕਟ ਮਿਲੇਗੀ ਬਸ, ਪਰ ਇੱਕ ਚਰਚਾ ਹੈ ਬਸ, ਮਤਲਬ ਕਿ ਕਹਿ ਸਕਦੇ ਹਾਂ ਕਿ ਕਿਆ ਹੈ ਕਿ ਹੋ ਸਕਦਾ ਇੱਧਰੋਂ ਬੀਬੀ ਮਨਪ੍ਰੀਤ ਕੌਰ ਤੇ ਉਧਰੋਂ ਬੀਬੀ ਸਿਮਰਤ ਕੌਰ ਜਿਹੜੇ ਆ ਇਹ ਮੈਦਾਨ 'ਚ ਆ ਸਕਦੇ ਆ। ਜੀ ਜੀ ਬਿਲਕੁਲ ਜੀ। ਜਗਰੂਪ ਜੀ ਤੇ ਬਿਲਕੁਲ ਜੀ, ਹਾਂ 2-3 ਜਣੇ ਹੋਰ ਵੀ ਹਨ। ਮੈਂ ਵੀ 1.5 ਦਿਨ ਦੀ ਛੁੱਟੀ ਮਾਰ ਕੇ ਮੈਂ ਵੀ ਸੋਚ ਗਿਆ ਕਿ ਸੋਮਵਾਰ ਹੈ, ਮੈਂ ਵੀ ਸੋਮਵਾਰ 'ਚ ਬ੍ਰੇਕ ਨਾਲ ਆ ਗਿਆ। ਜੀ ਜੀ, ਉਹਦੇ ਲਈ ਮਾਫੀ। ਕੁਛ ਦਿੱਕਤਾਂ ਆ ਰਹੀਆਂ ਨੇ, ਟੈਕਨੀਕਲ ਟੀਮ ਨੂੰ ਵੀ ਗੁਜ਼ਾਰਿਸ਼ ਹੈ ਇੰਟਰਨੈਟ ਕਰਕੇ। ਹਾਂ, ਤਾਂ ਇੱਥੇ ਨਾਲ ਦੀ ਨਾਲ ਮੈਂ ਵੀ ਬੇਨਤੀ ਕਰ ਦੇਣਾ, ਜੇ ਤੁਹਾਨੂੰ ਲੱਗਦਾ ਕਿ ਦਿੱਕਤ ਆ ਰਹੀ ਹੈ ਜਾਂ ਠੀਕ ਨਹੀਂ ਚੱਲ ਰਿਹਾ ਪ੍ਰੋਗਰਾਮ, ਤਾਂ ਇਸ ਪ੍ਰੋਗਰਾਮ ਨੂੰ ਰਿਕਾਰਡ ਕਰਕੇ ਦੁਬਾਰਾ ਤੋਂ ਵੀ ਅਪਲੋਡ ਕਰਨ ਦਾ ਯਤਨ ਕਰਾਂਗੇ, ਤਾਂ ਜੋ ਤੁਸੀਂ ਨਿਰੰਤਰ ਸਾਡੇ ਨਾਲ ਜੁੜਦੇ ਹੋ ਔਰ ਇਹਨਾਂ ਖਬਰਾਂ ਨੂੰ ਜਿਹੜਾ ਬਾਅਦ ਦੇ ਵਿੱਚ ਸੁਣ ਸਕੋ। ਤਾਂ ਇਸ ਦੇ ਲਈ ਅਸੀਂ ਜਿਹੜਾ ਕੋਸ਼ਿਸ਼ ਕਰਾਂਗੇ ਕਿ ਇਸ ਪ੍ਰੋਗਰਾਮ ਨੂੰ ਰਿਕਾਰਡ ਕਰਨ ਤੋਂ ਬਾਅਦ ਦੁਬਾਰਾ ਵੀ ਅਪਲੋਡ ਕਰ ਦਈਏ। ਪਰ ਇਸੇ ਤਰ੍ਹਾਂ ਦੇ ਨਾਲ ਜੇ ਸਾਥ ਵੀ ਦਿੰਦੇ ਰਹੋ, ਤੁਸੀਂ ਕਮੈਂਟ ਕਰਦੇ ਰਹੋ, ਮੈਂ ਯਤਨ ਕਰੂੰਗਾ ਤੁਹਾਡੇ ਕਮੈਂਟ ਲੈਣ ਦਾ। ਮਿੰਟੂ ਜੀ, ਇੱਥੇ ਜਿਹੜਾ ਕਈ ਸਵਾਲ ਆ ਰਿਹਾ, ਕਹਿੰਦੇ ਕਿ ਇੱਕ ਹਾਂ ਜਸ ਕਟਾਰੀ ਹੈ, ਮੈਨੂੰ ਲੱਗਦਾ ਸ਼ਾਇਦ ਉੱਧਰ ਖਰੜ ਮੁਹਾਲੀ ਵਾਲੇ ਪਾਸੇ ਤੋਂ ਆ, ਇਹ ਵੀ ਸਿੱਧਾ ਮੁਕਤਸਰ ਆ ਗਏ। ਕਹਿੰਦੇ ਕਿ ਜਗਦੀਪ ਸੰਧੂ ਹੁੰਦਾ ਸੀ ਤੁਹਾਡੇ, ਉਹਦੇ ਵੀ ਉਮੀਦ, ਇੱਕ ਸੰਧੂ ਹੁੰਦਾ ਸੀ, ਇੱਕ ਫਿਲਮ ਵੀ ਆਈ ਸੀ, ਇੱਕ ਸੰਧੂ ਹੁੰਦਾ ਸੀ ਜੀ। ਤੇ ਕਹਿੰਦੇ ਕਿ ਉਹਨਾਂ ਨੂੰ ਮਾੜੀ ਕੀਤੀ ਪਾਰਟੀ ਨੇ, ਪਹਿਲਾਂ ਤਾਂ ਇੱਥੇ ਗਿੱਦੜਵੇ ਤੋਂ ਲੜਾਤਾ ਸੀਗਾ ਰਾਜੇ ਵੜਿੰਗ ਦੇ ਖਿਲਾਫ, ਉੱਥੇ ਇਲੈਕਸ਼ਨ ਹਾਰ ਜਾਂਦੇ ਆ, ਐਤਕੀ ਟਿਕਟ ਮਿਲੀ ਜੀ ਜੀ ਜੀ, ਉਹੀ ਤਾਂ ਫਿਰ ਉਹਨਾਂ ਨੂੰ ਕਹਿੰਦੇ ਕਿ ਉਹਨਾਂ ਨੂੰ ਵੀ ਉੱਥੇ ਭੇਜਿਆ ਜਾ ਸਕਦਾ, ਕਹਿੰਦੇ ਸੰਗਰੂਰ ਦੇ ਵਿੱਚ। ਮੇਰੇ ਖਿਆਲ ਦੇ ਨਾਲ ਨਹੀਂ, ਦੇਖੋ ਸਟ੍ਰੈਟਜੀ ਕੀ ਰਹਿੰਦੀ ਹੈ ਕੱਲ ਨੂੰ ਪਤਾ ਨਹੀਂ, ਪਰ ਮੈਨੂੰ ਨਹੀਂ ਲੱਗਦਾ ਕਿ, ਬੇਸ਼ੱਕ ਇਹ ਤੇ ਜ਼ਰੂਰ ਆ ਕਿ ਅਰਵਿੰਦ ਕੇਜਰੀਵਾਲ ਹੋਰੀ ਆਪਣੀ ਮਰਜ਼ੀ ਚਲਾਉਂਦੇ ਆ ਜੀ, ਪਰ ਇੱਥੇ ਉਹ ਇੱਕ ਗਾਣਾ ਚੇਤੇ ਹੁੰਦਾ, ਮਰਜ਼ੀ ਨਹੀਂ ਉਹ ਚੱਲਦੀ ਸਾਡੇ ਪਿੰਡ ਵਿੱਚ ਧੀਆਂ ਜੀ, ਬਲਰਾਜ ਨੇ ਬੜਾ ਖੂਬਸੂਰਤ ਗਾਣਾ ਗਾਇਆ ਸੀਗਾ। ਤਾਂ ਸੰਗਰੂਰ ਦੇ ਵਿੱਚ ਉਹ ਮਰਜ਼ੀ ਨਹੀਂ ਚੱਲੇਗੀ ਜੀ। ਉਹਦਾ ਕਾਰਨ ਇਹ ਹੈ ਕਿ ਭਗਵੰਤ ਮਾਨ ਦੇ ਆਲੇ ਦੁਆਲੇ ਉੱਥੋਂ ਦੀ ਰਾਜਨੀਤੀ ਘੁੰਮਦੀ ਹੈ ਔਰ ਇਤਫਾਕਨ ਇਸ ਵੇਲੇ ਉਹ CM ਨੇ। ਸੋ ਇਸ ਕਰਕੇ ਭਗਵੰਤ ਮਾਨ ਦੀ ਸਹਿਮਤੀ, ਜੇ ਤਾਂ ਸਹਿਮਤੀ ਹੋਵੇ ਤੇ ਫਿਰ ਤਾਂ ਕਿਸੇ ਤੇ ਵੀ ਉਹ ਗੁਣਾ ਪੈ ਸਕਦਾ ਆ। ਤੇ ਜੇ ਮੰਨ ਲਓ ਇਹ ਆਖਣ ਕਿ ਨਹੀਂ ਮਰਜ਼ੀ ਥੋਪਣੀ ਆ, ਤਾਂ ਫਿਰ ਮੇਰੇ ਖਿਆਲ ਦੇ ਨਾਲ ਕਾਫੀ ਮੁਸ਼ਕਲ ਹੋ ਜਾਏਗੀ। ਸੋ ਇਸ ਕਰਕੇ ਭਗਵੰਤ ਮਾਨ ਦੀ ਰਜ਼ਾਮੰਦਗੀ, ਹੁਣ ਭਗਵੰਤ ਮਾਨ ਦੀ ਰਜ਼ਾਮੰਦਗੀ ਮੈਨੂੰ ਤੇ ਅਸਿੱਧੇ ਤੌਰ ਤੇ ਲੱਗਦੀ ਹੈ ਕਿ ਭੈਣ ਜੀ ਜਿਹੜੇ ਆ ਉੱਥੇ ਪਹੁੰਚ ਜਾਣ, ਕਿਉਂਕਿ ਤੁਸੀਂ ਅੱਗੇ ਪ੍ਰੋਗਰਾਮ ਵੀ ਕੀਤਾ ਕਿ ਉਹ ਆਪਣਾ ਬੰਗਲਾ ਜਿਹੜਾ ਡੁਪਲੈਕਸ ਛੱਡ ਨਹੀਂ ਰਹੇ ਜੀ ਜੀ। MP ਵਾਲਾ ਸ਼ਾਇਦ ਉਹ ਸੋਚ ਰਹੇ ਕਿ ਭੈਣ ਜੀ ਉੱਥੇ ਚਲੇ ਜਾਣਗੇ ਹੋਰ ਕੁਛ ਦਿਨਾਂ ਤੱਕ, ਕਾਹਨੂੰ ਚਾਬੀਆਂ ਦੇਣੀਆਂ ਵਾਪਸ, ਚਾਬੀਆਂ ਦੇਵਾਂਗੇ ਤੇ ਫਿਰ ਲਵਾਂਗੇ ਉਹਨਾਂ ਤੋਂ, ਉਹਦੇ ਨਾਲੋਂ ਚੰਗਾ ਟਿਕੇ ਰਹੋ ਚੰਦ ਦਿਨ ਹੋਰ ਦੀ ਗੱਲ ਆ ਜੀ ਜੀ ਜੀ। ਬਿਲਕੁਲ। ਤਾਂ ਟੈਕਨੀਕਲ ਦਿੱਕਤਾਂ ਜ਼ਰੂਰ ਨੇ ਅੱਜ, ਕਿਉਂਕਿ ਸਾਰੀ ਸਿਟੀ ਦਾ ਮੇਰੇ ਖਿਆਲ ਦੇ ਨਾਲ ਕੋਈ ਇੰਟਰਨੈਟ ਦਾ ਸਰਵਰ ਡਾਊਨ ਆ, ਉਸ ਹਿਸਾਬ ਨਾਲ ਤੁਸੀਂ ਦੇਖ ਲਿਓ ਜੀ ਜੀ ਜੀ, ਜਿੰਨਾ ਵੀ ਪ੍ਰੋਗਰਾਮ ਅੱਗੇ ਤੋਰ ਸਕਦੇ, ਜਿੰਨਾ ਕੁ ਤੋਰ ਸਕਦੇ ਆ ਜੀ ਜੀ। ਬਿਲਕੁਲ। ਕਹਿੰਦੇ ਕੇਂਦਰਵੀਰ ਮੌੜ ਕਹਿ ਰਿਹਾ ਜੀ, ਭਗਵੰਤ ਮਾਨ ਪਰਿਵਾਰਵਾਦ ਦੀ ਢੋਲਕੀ ਖੜਕਾਉਂਦਾ ਰਿਹਾ, ਕੀ ਹੁਣ ਭੈਣ ਨੂੰ MP ਲੜਾਉਣਾ ਪਰਿਵਾਰਵਾਦ ਨਹੀਂ ਜੀ? ਬਿਲਕੁਲ ਹੈ ਜੀ, ਪਰਿਵਾਰਵਾਦ ਤੇ ਹੈ ਜੀ, ਪਰ ਪਰਿਵਾਰਵਾਦ ਦਾ ਜਿਹੜਾ ਕਹਿ ਸਕਦੇ ਕਿ ਸਿਧਾਂਤ ਰਾਜਨੀਤੀ ਤੇ ਉਦੋਂ ਤੱਕ ਲਾਗੂ ਹੁੰਦਾ ਜਦੋਂ ਤੱਕ ਤੁਸੀਂ ਆਪੋਜੀਸ਼ਨ 'ਚ ਹੁੰਦੇ ਆ। ਹੁਣ ਸਭ ਤੋਂ ਵੱਡਾ ਢੰਡੋਰਚੀ ਨਰਿੰਦਰ ਮੋਦੀ ਹੈ, ਪ੍ਰਧਾਨ ਮੰਤਰੀ ਹੈ ਇਸ ਟਾਈਮ ਪਰਿਵਾਰਵਾਦ ਦਾ ਜੀ, ਕਿ ਪਰਿਵਾਰਵਾਦ ਖਤਮ ਹੋਣਾ ਚਾਹੀਦਾ, ਦੇਸ਼ ਵਾਸਤੇ ਬਹੁਤ ਖਤਰਨਾਕ ਆ। ਤੇ ਇਹਨਾਂ ਨੂੰ ਗਿਣਾ ਕੇ ਪੁੱਛ ਲਓ ਕਿ ਰਾਜਨਾਥ ਦਾ ਮੁੰਡਾ ਕੌਣ ਆ, ਰਾਜਨਾਥ ਦਾ ਮੁੰਡਾ ਹੈ ਕਿੱਥੇ ਆ। ਇਸੇ ਤਰ੍ਹਾਂ ਇਹਨਾਂ ਦੇ ਤੁਹਾਨੂੰ 15-20 ਹੋਰ ਉਸੇ ਕਤਾਰ 'ਚ ਲੀਡਰ ਮਿਲ ਜਾਣਗੇ ਜਿਨ੍ਹਾਂ ਦੀ ਔਲਾਦ ਜਿਹੜੀ ਆ ਉਹ ਅੱਗੇ ਰਾਜਨੀਤੀ ਦੇ ਵਿੱਚ ਆ ਚੁੱਕੀ ਆ ਜੀ। ਸੋ ਪਰਿਵਾਰਵਾਦ, ਮੈਂ ਜਿਵੇਂ ਕਹਿ ਰਿਹਾ ਕਿ ਪਰਿਵਾਰਵਾਦ ਇੱਕ ਅਵਸਰਵਾਦ ਹੈ ਜੀ, ਇੱਕ ਮੌਕਾਵਾਦ ਆ ਕਿ ਜਦੋਂ ਤੁਹਾਨੂੰ ਮੌਕਾ ਲੱਗਦਾ ਤੁਸੀਂ ਪਰਿਵਾਰਵਾਦ ਨੂੰ ਨਿੰਦਦੇ ਆ, ਉਹੀ ਮੌਕਾ ਬਣ ਗਿਆ ਕਿ ਹੁਣ ਟੱਬਰਵਾਦ ਜਿਹੜਾ ਉਹ ਆਪਣੇ ਵਾਸਤੇ ਫਾਇਦੇਮੰਦ ਹੈ ਤਾਂ ਉਹ ਟੱਬਰਵਾਦ ਚੰਗਾ ਹੋ ਜਾਂਦਾ ਜੀ ਜੀ ਜੀ। ਬਿਲਕੁਲ ਮਿੰਟੂ ਜੀ। ਤਾਂ ਇੱਥੇ ਕਮੈਂਟ ਆ ਰਿਹਾ ਸੀ, ਕਹਿੰਦੇ ਕਿ ਕੇਜਰੀਵਾਲ ਵੀ ਟਰਾਈ ਕਰ ਸਕਦੇ ਜੀ ਮੁਕਤਸਰ ਤੋਂ, ਮਾਫ ਕਰਨਾ ਸੰਗਰੂਰ ਤੋਂ, ਤਾਂ ਕਹਿੰਦੇ ਉਹ ਵੀ ਟਰਾਈ ਕਰ ਸਕਦੇ ਨੇ।
ਤੇ ਨਾਲ ਦੀ ਨਾਲ ਕਹਿੰਦੇ ਕਿ ਭਗਵੰਤ ਮਾਨ ਦੀ ਅੰਮ੍ਰਿਤਪਾਲ ਕਹਿ ਰਿਹਾ ਕਿ ਭਗਵੰਤ ਮਾਨ ਦੀ ਆਪਣੀ ਭੈਣ ਨੂੰ ਜਿਹੜਾ ਟਿਕਟ ਨਹੀਂ ਦੇਵੇਗਾ ਜੀ, ਕਹਿੰਦੇ ਲਿਖ ਕੇ ਲੈ ਲਓ, ਉਹ ਆਪ ਵੀ ਨਹੀਂ ਦੇਣਗੇ, ਕਹਿੰਦੇ ਇੰਟਰਸਟਡ ਨਹੀਂ ਹੋਣਗੇ ਇਹਨਾਂ ਰਾਏ ਤੱਕ। ਭਗਵੰਤ ਮਾਨ ਹਾਂ ਹੋ ਸਕਦਾ, ਕਿਉਂਕਿ ਦੇਖੋ ਜਿਸ ਤਰ੍ਹਾਂ ਦੀ ਹੁਣ ਚਰਚਾ ਚੱਲ ਪਈ ਹੈ, ਜਿਸ ਤਰ੍ਹਾਂ ਦੀ ਟ੍ਰੋਲਿੰਗ ਚੱਲ ਪਈ ਹੈ, ਹੋ ਸਕਦਾ ਕਿ ਉਹ ਆਪਣਾ ਫੈਸਲਾ ਬਦਲ ਲੈਣ ਜਾਂ ਆਪਣੀ ਮਨਸ਼ਾ ਜਿਹੜੀ ਉਹ ਬਦਲ ਲੈਣ। ਪਰ ਇਹ ਤਾਂ ਰਹੇਗਾ ਨਾ ਮਾਨ ਸਾਹਿਬ, ਇਹ ਤਾਂ ਇੱਕ ਫੈਕਟ ਜਿਹੜਾ ਹੈ ਉਹ ਕ੍ਰਿਸਟਲ ਕਲੀਅਰ ਹੈ ਕਿ ਮਾਨ ਸਾਹਿਬ ਦੀ ਰਜ਼ਾਮੰਦਗੀ ਤੋਂ ਬਗੈਰ ਟਿਕਟ ਜਿਹੜੀ ਸੰਗਰੂਰ ਵਾਲੀ ਹੈ ਮੇਰੇ ਖਿਆਲ ਦੇ ਨਾਲ ਨਹੀਂ ਦਿੱਤੀ ਜਾਏਗੀ। ਇਹ ਮੇਰਾ ਮੰਨਣਾ ਹੈ ਵਿਅਕਤੀਗਤ ਤੌਰ ਤੇ। ਜੀ ਜੀ ਬਿਲਕੁਲ ਜੀ। ਕਿੰਦਰਵੀਰ ਜੀ ਕਹਿ ਰਹੇ ਭਗਵੰਤ ਮਾਨ ਦੀ ਸੋਸ਼ਲ ਮੀਡੀਆ ਟੀਮ ਆ ਜਿਹੜੀ ਉਹਨਾਂ ਦੀ ਭੈਣ ਦੀਆਂ ਪੋਸਟਾਂ ਪਾ ਰਹੀ ਹੈ ਜੀ। ਵੈਸੇ ਸੋਸ਼ਲ ਮੀਡੀਆ ਤੇ ਤਾਂ ਸਾਰੇ ਹੀ ਲੱਗੇ ਹੋਏ ਲਗਾਤਾਰ ਹੀ ਕੱਲ੍ਹ ਦੀਆਂ। ਮੈਂ ਉਹੀ ਗੱਲ ਕਹੀ ਹੈ ਸ਼ੁਰੂਆਤ ਦੇ ਵਿੱਚ ਕਿ ਇਹਨਾਂ ਦੀ ਜਿਹੜੀ ਸੋਸ਼ਲ ਮੀਡੀਆ ਦੀ ਟੀਮ ਕਹਿ ਲਓ ਜਾਂ ਇਹਨਾਂ ਦੇ ਜਿਹੜੇ ਆਪਣੇ ਸਮਰਥਕ ਨੇ, ਫੈਨ ਨੇ, ਉਹ ਇਸੇ ਤਰ੍ਹਾਂ ਹੀ ਕੰਮ ਚੱਕਦੇ ਹੁੰਦੇ ਆ। ਪਹਿਲਾਂ ਗੱਲ ਨੂੰ ਚੱਕਦੇ ਹੁੰਦੇ ਆ, ਫਿਰ ਗੱਲ ਨੂੰ ਹੁਲਾਰਾ ਮਿਲਦਾ, ਫਿਰ ਪਾਰਟੀ ਹਾਈ ਕਮਾਨ ਨੂੰ ਕਿਤੇ ਨਾ ਕਿਤੇ ਮੈਸੇਜ ਦਿੱਤਾ ਜਾਂਦਾ ਹੈ ਕਿ ਜੇ ਇਸ ਤਰ੍ਹਾਂ ਨਾ ਹੋਇਆ ਅਦਰਵਾਈਜ਼ ਨੁਕਸਾਨ ਹੋਏਗਾ ਪਾਰਟੀ ਦਾ। ਸੋ ਇਹ ਤਾਂ ਇਹਨਾਂ ਦੀ ਸਟ੍ਰੈਟਜੀ ਦਾ ਹਿੱਸਾ ਹੈ ਸਟਾਰਟਿੰਗ ਤੋਂ। ਜੀ 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 ਬਿਲਕੁਲ। ਬਲਜਿੰਦਰ ਗਿੱਲ ਜੀ ਕਰੇ ਜੀ ਰਿਕਾਰਡ ਕਰਕੇ ਪਾ ਦਿਓ ਪਲੀਜ਼। ਬਿਲਕੁਲ ਜੀ, ਰਿਕਾਰਡ ਕਰਕੇ ਪਾਵਾਂਗੇ ਪ੍ਰੋਗਰਾਮ ਨੂੰ ਤਾਂ ਜੋ ਤੁਸੀਂ ਬਾਅਦ ਦੇ ਵਿੱਚ ਸੁਣ ਸਕੋ ਇਸ ਪ੍ਰੋਗਰਾਮ ਨੂੰ। ਕਰਮਜੀਤ ਜੀ ਕਹਿੰਦੇ ਮਿੰਟੂ ਜੀ ਕਹਿੰਦੇ ਕਿ ਤੁਸੀਂ ਐਨਕਾਂ ਹੀ ਭੁੱਲ ਆਏ ਤੇ ਇਹਦੇ ਨਾਲ ਹੀ ਨੈੱਟ ਬੰਦ ਹੋ ਗਿਆ ਕਹਿੰਦੇ। ਹਾਂ ਇਹ ਤਾਂ ਹੈ ਜੀ, ਗੱਲ ਇਹ ਹੈ ਕਨੈਕਸ਼ਨ ਖਾਸਾ ਡੂੰਘਾ ਹੋ ਸਕਦਾ ਜੀ, ਕਨੈਕਸ਼ਨ ਹੋ ਸਕਦਾ, ਪਰ ਕੀ ਕਰੀਏ ਕਈ ਵਾਰ ਹੋ ਜਾਂਦਾ ਨਾ ਤਾਂ ਇੰਟਰਨੈਟ ਤੇ ਜ਼ੋਰ ਆ ਤੇ ਨਾ ਜਿਹੜਾ ਦਿਮਾਗ ਦਾ ਸੌਫਟਵੇਅਰ ਇਹਦੇ ਤੇ ਕਈ ਵਾਰ ਜ਼ੋਰ ਰਹਿੰਦਾ, ਇਹ ਵੀ ਕਈ ਵਾਰ ਪ੍ਰੋਗਰਾਮਿੰਗ ਤੋਂ ਥੋੜਾ ਜਿਹਾ ਖੁੰਝ ਜਾਂਦਾ। ਜੀ ਜੀ ਬਿਲਕੁਲ ਬਿਲਕੁਲ ਮਿੰਟੂ ਜੀ। ਆਪਾਂ ਅੱਗੇ ਵੱਲ ਚੱਲਦੇ ਮਿੰਟੂ ਜੀ ਕਿ ਨਵਜੋਤ ਸਿੰਘ ਸਿੱਧੂ ਦੇ ਖਾਸ ਹੁਣ PCA ਦੇ ਪ੍ਰਧਾਨ ਬਣ ਗਏ। ਮੁਬਾਰਕਾਂ ਹੀ ਦੇ ਸਕਦੇ ਜੀ। ਵੈਸੇ ਕਮਾਲ ਦੀ ਗੱਲ ਆ ਕਿ ਸਿੱਧੂ ਦੀ ਲੱਕ ਜਿਹੜੀ ਆ ਜਾਂ ਸਿੱਧੂ ਦਾ ਕਹਿ ਲਈਏ ਕਿ ਦਾਬਾ ਜਿਹੜਾ ਉਹ ਬਰਕਰਾਰ ਹੈ ਜੀ, ਔਰ ਉਹ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ। ਇਹ ਬੜੀ ਇੰਟਰਸਟਿੰਗ ਗੱਲ ਹੈ ਮਾਨ ਸਾਹਿਬ ਜੀ। ਤੁਸੀਂ ਉਹਨਾਂ ਦਾ ਡਾਈਟ ਚਾਰਟ ਚੈੱਕ ਕਰੋ ਤੇ ਕਿਆ ਕਿਆ ਚੀਜ਼ਾਂ ਨੇ। ਪੇਠੇ ਦਾ ਜੂਸ, ਉਹ ਤਾਂ ਖਜ਼ਾਨੇ ਦਾ ਜਲੂਸ ਹੈ, ਪੇਠੇ ਦਾ ਜੂਸ ਕਾਹਦਾ ਹੈ ਜੇ ਇਹਨਾਂ ਨੂੰ ਪੱਲਿਓਂ ਦੇਣਾ ਪਵੇ। ਤੇ ਆ ਜੀ ਅਮੂਲ ਦੇ ਦੁੱਧ ਵਾਲੀ ਚਾਹ, ਮਤਲਬ ਕਿ ਚਾਹ ਦੇ ਵਿੱਚ ਦੁੱਧ ਕਿਹੜਾ ਪੈਣਾ ਉਹ ਵੀ ਲਿਖਿਆ ਹੋਇਆ। ਚਾਹ ਦੇ ਵਿੱਚ ਦੁੱਧ ਕਿਹੜਾ ਪੈਣਾ, ਅਖਰੋਟ ਇੱਕ ਦਿਓ, ਬਦਾਮ 7 ਦਿਓ, ਜਿਵੇਂ ਟੂਣਾ ਕਰਨਾ ਕਿ ਇੰਨੀ ਮਾਤਰਾ ਚ ਆਹ ਸਮਾਨ ਪਾਉਣਾ। ਜਿਹੜੇ ਬੰਦੇ ਦੀ ਡਿਊਟੀ ਲਾਤੀ ਉਹ ਤਾਂ ਮੈਨੂੰ ਲੱਗਦਾ ਵਿਚਾਰਾ ਹੀ ਰਹਿ ਕਰੂ ਕਿ ਇੱਧਰ ਉੱਧਰ ਨਾ ਹੋ ਜੇ, 6 ਥਾਂ ਤੇ 7 ਸਿੱਧੂ ਨੂੰ ਭਜਾਇਆ ਵੀ ਬਹੁਤ ਕਰਨਾ ਨਾ, ਕਹਿੰਦੇ ਵਜੇ ਓਏ ਓਏ ਕਿੱਥੇ ਆ, ਓਏ 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 ਆਇਆ ਕਿਉਂ ਨਹੀਂ, ਓਏ ਓਏ ਤੂੰ ਕੀ ਕਰਨਾ, ਓਏ ਨਹੀਂ ਹੁਣ ਤਾਂ ਨਹੀਂ ਸਿੱਧੂ ਸਾਹਿਬ ਦਾ ਚੱਲਣਾ, ਤੂੰ ਬਸ ਕਰ, ਤੂੰ ਚੁੱਪ ਕਰ। ਉਹ ਜਿਹੜਾ ਨਹੀਂ ਉੱਥੇ ਚੱਲਦਾ ਹੋਣਾ, ਮੈਨੂੰ ਲੱਗਦਾ ਕਿ ਮਹੀਨਾ ਕਿਤੇ ਇਹਨਾਂ ਦੇ ਅੰਦਰੋਂ ਉਹ ਚੀਜ਼ਾਂ ਨਹੀਂ ਨਾ ਨਿਕਲਣੀਆਂ ਉੱਥੇ। ਮਤਲਬ ਕਿ ਹੋ ਸਕਦਾ ਸ਼ੀਸ਼ੇ ਮੂਹਰੇ ਖੜ ਕੇ ਇਕੱਲੇ ਭਾਸ਼ਣ ਦਿੱਤੀ ਜਾਂਦੇ ਹੋਣ ਕਿ ਜਿੱਤੇਗਾ ਪੰਜਾਬ, ਬਈ ਜਿੱਤੇਗਾ ਪੰਜਾਬ। ਉਹ ਤਾਂ ਤੁਹਾਨੂੰ ਪਤਾ ਹੀ ਆ ਕਿ ਰਾਜਨੀਤਿਕ ਬੰਦੇ ਦੇ ਵਿੱਚੋਂ ਰਾਜਨੀਤੀ ਥੋੜ੍ਹੀ ਜਾਂਦੀ ਆ ਜੀ, ਤੇ ਰਾਜਨੀਤੀ ਜੇਲ੍ਹਾਂ 'ਚ ਵਾਧੂ ਹੁੰਦੀ, ਵੈਸੇ ਬਥੇਰੀ ਹੁੰਦੀ ਆ ਜੀ ਜੀ। ਪਰ ਖੈਰ ਦੇਖੋ, ਇੱਕ ਤਾਂ ਇਹ ਆ ਕਿ ਨਵਜੋਤ ਸਿੰਘ ਸਿੱਧੂ ਦਾ ਜਿਸ ਤਰੀਕੇ ਦੇ ਨਾਲ ਡਾਈਟ ਚਾਰਟ ਬਣਿਆ, ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਹਸਪਤਾਲ ਲਿਆਂਦਾ ਗਿਆ ਤੁਰੰਤ ਫੁਰੰਤ, ਸਾਰੀਆਂ ਚੀਜ਼ਾਂ ਮਤਲਬ ਕਿ ਹੋਈਆਂ ਤਾਂ ਕਹਿ ਲਓ ਕਿ ਸਾਰੀਆਂ ਨਿਯਮਾਂ ਦੇ ਅਨੁਸਾਰ ਆ। ਪਰ ਕਿਤੇ ਨਾ ਕਿਤੇ ਮੈਨੂੰ ਲੱਗਿਆ ਕਿ ਸਿੰਗਲਾ ਤੇ ਵਿਚਾਰਾ ਕਹਿੰਦਾ ਨਾ ਕਿ ਸਾਡਾ ਕੀ ਕਸੂਰ, ਸਾਡਾ ਕੀ ਕਸੂਰ, ਸਾਡਾ ਤਾਂ ਜ਼ਿਲ੍ਹਾ ਵੀ ਨਹੀਂ ਸੰਗਰੂਰ, ਕਿ ਬਈ ਸਿੱਧੂ ਤੇ ਇੰਨੀ ਦਿਆਲਤਾ ਤੇ ਮੈਨੂੰ ਤੇ ਤੁਸੀਂ ਬਈ ਗਰਮੀਆਂ 'ਚ ਕੁਲਫੀ ਵੀ ਨਹੀਂ ਪੁੱਛੀ ਕਿ ਬੁੱਲ ਸੁੱਕਦੇ ਹੋਣੇ ਆ ਹਵਾਲਾਤ ਦੇ ਵਿੱਚ ਬੈਠੇ ਆ। 27 ਤੱਕ ਸੀ ਜਾਂ 29 ਤੱਕ ਸੀ? ਅੱਜ ਮੈਨੂੰ ਲੱਗਦਾ ਕਿ ਕੋਰਟ 'ਚ ਉਹਦੀ ਦੁਬਾਰਾ ਪੇਸ਼ੀ ਆ। ਵੈਸੇ ਮੈਨੂੰ ਇੱਕ ਦਿਨ ਬੜਾ ਲੱਗਿਆ, ਮੈਂ ਜੋਕ ਲਿਖਿਆ ਸੀ, ਮੈਂ ਕਿਹਾ ਉਹ ਸੰਤਰੀ ਹੈ ਨਾ ਜਿਹੜਾ ਪਹਿਰੇ ਤੇ ਹੁੰਦਾ ਜੀ, ਤੇ ਉਹ ਕਹਿੰਦੇ ਕਿ ਸਿੰਗਲਾ ਜਿਹੜਾ ਯਾਨੀ ਸਾਬਕਾ ਮੰਤਰੀ ਸਿੰਗਲਾ ਸਾਹਿਬ ਬੈਠੇ ਤੇ ਸੰਤਰੀ ਨੇ ਕਿਹਾ ਕਾਹਤੋਂ ਸਾਈਡ ਕਾਹਤੋਂ ਸੌਂ ਜਾ ਹੁਣ, ਕਿ ਦੁੱਖ ਲੱਗਿਆ ਹੀ ਜੀ ਕਿ ਬਈ ਇੱਥੇ ਪਹੁੰਚ ਗਿਆ, ਕੇਸ ਪੈ ਗਿਆ ਜੀ। ਤੇ ਕਹਿੰਦੇ ਵੀ ਸਿੰਗਲਾ ਅੱਗੋਂ ਕਹਿੰਦਾ ਕਿ ਦੁੱਖ ਇਸ ਗੱਲ ਦਾ ਨਹੀਂ ਕਿ ਕੇਸ ਪੈ ਗਿਆ, ਦੁੱਖ ਤੇ ਇਸ ਗੱਲ ਦਾ ਕਿ ਮੈਂ ਥਾਪੀਆਂ ਇੰਨੀਆਂ ਕਾਹਤੋਂ ਮਾਰ ਬੈਠਾ, ਕਿ ਹੁਣ ਤੇ ਕਬੱਡੀ ਵਾਲਾ ਰੇਡਰ ਵੀ ਡਰੇਗਾ ਕਿ ਇੰਨੀਆਂ ਥਾਪੀਆਂ ਮਾਰਤੀਆਂ ਤੇ ਕਿਤੇ ਗਾਂ ਦੂਜੀ ਰੇਡ ਤੇ ਸਿੰਗਲੇ ਵਾਲੀ ਨਾ ਹੋ ਜਾਵੇ। ਗੱਲਾਂ ਬਣ ਗਈਆਂ। ਸੋ ਗੱਲ ਇਹ ਆ ਕਿ ਤੁਸੀਂ ਸਿੱਧੂ ਦੀ ਜਿਸ ਤਰੀਕੇ ਦੇ ਨਾਲ ਕਹਿ ਲਓ ਕਿ ਇਹ ਕੈਦ ਸਟਾਰਟ ਹੁੰਦੀ ਆ, ਤਾਂ ਉਹਦੇ 'ਚ ਕਿਤੇ ਨਾ ਕਿਤੇ ਮੈਨੂੰ ਇਉਂ ਲੱਗਿਆ ਕਿ ਸਿੱਧੂ ਅੱਜ ਵੀ, ਚਾਹੇ ਓਪੋਜੀਸ਼ਨ ਦਾ ਲੀਡਰ ਆ, ਸਿੱਧੂ ਅੱਜ ਵੀ ਪੂਰਾ ਮਤਲਬ ਕਿ ਇੱਕ ਮਹੱਤਤਾ ਰੱਖਣ ਵਾਲਾ ਲੀਡਰ ਆ ਜਿਹਦਾ ਖਿਆਲ ਰੱਖਿਆ ਜਾ ਰਿਹਾ। ਔਰ ਕਮਾਲ ਦੀ ਗੱਲ ਇਹ ਹੋਈ ਹੈ ਕਿ ਜਿਹੜਾ PCA ਪ੍ਰੈਜ਼ੀਡੈਂਟ, PCA ਮੀਨ ਪੰਜਾਬ ਕ੍ਰਿਕਟ ਐਸੋਸੀਏਸ਼ਨ,
ਇਹ ਹੁਣ ਵੈਸੇ ਤਾਂ ਕਹਿਣ ਨੂੰ ਕਹਿ ਸਕਦੇ ਹਾਂ ਕ੍ਰਿਕਟ ਕਦੀ ਇਹਦਾ ਮੈਨੂੰ ਲੱਗਦਾ ਕਰੀਮ ਐਸੋਸੀਏਸ਼ਨ ਹੀ ਕਹਿ ਲਓ ਜੀ। ਹਾਂਜੀ, ਪੰਜਾਬ ਕਰੀਮ ਐਸੋਸੀਏਸ਼ਨ, ਕਰੀਮ ਬਿਲਕੁਲ, ਜਿਹੜੀ ਦੇਖੋ BCCI ਹੈ, ਕ੍ਰਿਕਟ ਬੋਰਡ ਹੈ ਜਿਹੜਾ ਇੰਡੀਆ ਦਾ, ਆਟੋਨੋਮ ਬਾਡੀ ਹੈ, ਪਰ ਦੁਨੀਆ ਦੀ ਜੇ ਕਹਿ ਲਈਏ ਕਿ ਸਭ ਤੋਂ ਅਮੀਰ ਕ੍ਰਿਕਟ ਬੋਰਡ ਹੈ। ਦਬਕਾ ਚੱਲਦਾ, ਦਬਕਾ ਚੱਲਦਾ ਹੈ, ਜਿਵੇਂ ਜੰਗਲ 'ਚ ਸ਼ੇਰ ਦਾ ਚੱਲਦਾ ਹੈ ਜੀ ਜੀ। ਤਾਂ ਉਸੇ ਤਰ੍ਹਾਂ ਹੁਣ ਜੇ ਤੁਸੀਂ ਦੇਖੋਗੇ ਤਾਂ ਵੈਸੇ ਤਾਂ BCCI ਦੇ ਅਧੀਨ ਆ, ਆਟੋਨੋਮ ਕਹਿ ਸਕਦੇ ਆ, ਪਰ ਜਿਹੜੀਆਂ ਇਹ ਐਸੋਸੀਏਸ਼ਨਸ ਨੇ, ਤੁਸੀਂ ਦੇਖੋ ਨਾ, ਪਰਿਵਾਰਵਾਦ ਦੀ ਗੱਲ ਚੱਲੀ ਸੀ, ਅਮਿਤ ਸ਼ਾਹ ਦਾ ਮੁੰਡਾ ਜਿਹਦੀ ਪਹਿਲਾਂ ਤੇ ਆਪਾਂ ਬਿਜ਼ਨਸ ਕਾਬਲੀਅਤ ਵੇਖੀ ਸੀਗੀ, ਯਾਦ ਹੈ ਤੁਹਾਨੂੰ? ਜੀ ਜੀ। ਤਾਂ ਉਸੇ ਹੀ ਮੁੰਡੇ ਨੂੰ ਅੱਜ ਕੱਲ੍ਹ BCCI ਥਮਾ ਦਿੱਤੀ ਗਈ। ਇਹ ਵੀ ਤੇ ਪਰਿਵਾਰਵਾਦ ਆ। ਕੀ ਉਹਦੇ 'ਚ ਕਾਬਲੀਅਤ ਮੈਨੂੰ ਦੱਸੋ? ਮੈਨੂੰ ਨਹੀਂ ਲੱਗਦਾ ਕਿ ਉਹਨੂੰ ਇਹ ਪਤਾ ਹੋਵੇ ਕਿ ਕ੍ਰਿਕਟ ਦੇ ਵਿੱਚ ਰੂਲ ਬੁੱਕ ਜਿਹੜੀ ਆ ਉਹਦੇ 'ਚ ਰੂਲ ਕਿੰਨੇ ਆ, ਪਤਾ ਹੀ ਨਹੀਂ ਹੋਏਗਾ। ਮੈਨੂੰ ਨਹੀਂ ਲੱਗਦਾ ਕਿ ਅਮਿਤ ਸ਼ਾਹ ਨੇ ਕਦੇ ਸਾਰੀ ਜ਼ਿੰਦਗੀ 'ਚ ਕਿਤੇ ਕੋਈ ਬਾਲ ਫੇਸ ਕੀਤੀ ਹੋਏਗੀ ਲੈਦਰ ਦੀ। ਨਰਿੰਦਰ ਮੋਦੀ ਰਿਹਾ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦਾ ਚੀਫ, ਤੁਸੀਂ ਕੀ ਕਹੋਗੇ? ਮੈਨੂੰ ਨਹੀਂ ਲੱਗਦਾ ਉਹਨੇ ਕਦੇ ਗੁੱਲੀ ਡੰਡਾ ਵੀ ਖੇਡਿਆ, ਸਾਰੀ ਜ਼ਿੰਦਗੀ ਤੋਂ RSS ਦੇ ਨਾਲ ਲਗਾ ਰਿਹਾ। ਉਹ ਜਿਵੇਂ ਜਵਾਕਾਂ ਨੂੰ ਪੁੱਛਦਾ ਨਾ ਵੀ 5 ਸਬਜ਼ੀਆਂ ਨੂੰ ਦੱਸ ਦੇ, 5 ਫਲਾਂ ਨੂੰ ਦੱਸ ਦੇ, 5 ਕਾਨੂੰਨ ਦੱਸ ਦੇ ਭਾਈ। ਤੇ ਉਹੀ ਹੈ ਨਾ ਕਿ ਹੁਣ ਜੇ ਤੁਸੀਂ ਦੇਖੋਗੇ ਤਾਂ ਇਹ ਜਿਹੜੀਆਂ ਲੋਕਲ ਲੈਵਲ ਤੇ ਐਸੋਸੀਏਸ਼ਨਾਂ ਨੇ ਜੀ, ਇਹਨਾਂ ਦੇ ਵਿੱਚ ਸਿੱਧੇ ਤੌਰ ਤੇ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ, ਲੋਕਲ ਸਰਕਾਰਾਂ, ਉਹਨਾਂ ਦਾ ਕਿਤੇ ਨਾ ਕਿਤੇ ਪ੍ਰਭਾਵ ਰਹਿੰਦਾ ਹੈ। ਤਾਂ ਜਿਹੜੀ ਇਹ ਚੋਣ ਹੋਈ ਆ, ਇਹਦੇ 'ਚ ਪ੍ਰਧਾਨ ਪਤਾ ਕੌਣ ਬਣਿਆ? ਜੀ, ਗੁਲਜ਼ਾਰ ਇੰਦਰ ਚਹਿਲ, ਜਿਹਨੂੰ ਖਜ਼ਾਨਚੀ ਬਣਾਇਆ ਸੀਗਾ। ਯਾਦ ਹੋਏਗਾ ਤੁਹਾਨੂੰ, ਯੋਗਿੰਦਰ ਪਾਲ ਨੂੰ ਤੇ ਪ੍ਰਗਟ ਸਿੰਘ ਨੂੰ ਜਦੋਂ ਸੈਕਟਰੀ ਲਾਇਆ ਸ਼ਾਇਦ ਇਹਨਾਂ ਨੇ, ਕਾਂਗਰਸੀਆਂ ਨੇ, ਤੀਜੀ ਅਪੁਆਇੰਟਮੈਂਟ ਹੋਈ ਸੀਗੀ ਗੁਲਜ਼ਾਰ ਇੰਦਰ ਚਹਿਲ ਦੀ ਖਜ਼ਾਨਚੀ ਦੇ ਤੌਰ ਤੇ। ਫਿਰ ਸਭ ਨੂੰ ਯਾਦ ਹੋਏਗਾ ਕਿ ਜਿਵੇਂ ਨਵਜੋਤ ਸਿੰਘ ਸਿੱਧੂ ਦੇ ਉਲਟ ਜਾ ਕੇ ਚੰਨੀ ਨੂੰ ਚਿਹਰਾ ਐਲਾਨ ਦਿੱਤਾ ਗਿਆ, ਅਸਤੀਫਾ ਹੋ ਗਿਆ ਸੀਗਾ। ਵਰਕਾ ਜਿੰਨਾ ਨੇ ਮਾਰਿਆ ਸੀ ਚਲਾ ਕੇ। ਬਿਲਕੁਲ। ਤਾਂ ਦੇਖ ਲਓ ਕਿ ਕਿੰਨੀ ਯਾਰੀ ਗੋੜੀ ਹੈ। ਤਾਂ ਉਸੇ ਹੀ ਬੰਦੇ ਦੇ ਕੋਲ PCA ਦੀ ਪ੍ਰਧਾਨਗੀ ਦਾ ਚਲੇ ਜਾਣਾ, ਇਹ ਕੋਈ ਸਧਾਰਨ ਗੱਲ ਨਹੀਂ। ਵੈਸੇ ਦੇਖੋ, ਆਫੀਸ਼ੀਅਲੀ ਤਾਂ ਇਹਨਾਂ ਨੇ ਕੱਲ੍ਹ ਐਲਾਨ ਕੀਤਾ ਹੈ, ਜੇ ਕਹੀਏ ਤਾਂ 1-2 ਦਿਨ ਹੋ ਗਏ ਆ, ਪਰ ਸਾਡੇ ਕੋਲ ਤੇ ਪਹਿਲਾਂ ਹੀ ਖਬਰ ਸੀਗੀ, ਸੂਚੀ ਤੱਕ ਸੀਗੀ ਸਾਡੇ ਕੋਲ ਕਿ ਆ ਬੰਦੇ ਜਿਹੜੇ ਆ ਜਾਣਗੇ। ਬਿਲਕੁਲ। ਅੱਛਾ, ਅਗਲੀਆਂ ਗੋਟੀਆਂ ਵੀ ਆ ਗਈਆਂ ਸੀਗੀਆਂ ਕਿ ਆ ਫਲਾਣੇ। ਗੋਟੀਆਂ ਫਿੱਟ ਹੁੰਦੀਆਂ ਨੇ ਨਾ, ਤਾਂ ਹੀ ਤੇ ਜੋੜੀਆਂ ਹਿੱਟ ਹੁੰਦੀਆਂ ਗੁਰੂ। ਗੋਟੀਆਂ ਫਿੱਟ ਹੁੰਦੀਆਂ। ਕਹਿੰਦੇ ਕਿ ਰਾਜਨੀਤੀ 'ਚ ਕੁਝ ਵੀ ਅਚਾਨਕ ਨਹੀਂ ਹੁੰਦਾ ਜੀ, ਰਾਜਨੀਤੀ 'ਚ ਸਭ ਕੁਝ ਤੈਅ ਹੁੰਦਾ ਹੈ। ਹੁਣ PCA ਬਾਰੇ ਤੁਸੀਂ ਜਾਣ ਲਿਓ ਜੀ। ਕੋਈ ਵੀ ਬੰਦਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦਾ ਕੋਈ ਤੁਹਾਡਾ ਅਹੁਦੇਦਾਰ ਜਾਣੂ ਹੋਵੇ ਜਾਂ ਉਤਲੇ ਪੱਧਰ ਤੇ ਜਾਣੂ ਹੋਵੇ ਕਿ ਯਕਦਮ ਅਸਤੀਫੇ ਆਏ, ਜਿਹੜੇ ਪਹਿਲੇ ਅਹੁਦੇਦਾਰ ਸੀ ਉਹ ਅਸਤੀਫੇ ਕਿਵੇਂ ਆਏ, ਸਭ ਨੂੰ ਪਤਾ ਹੀ ਹੁੰਦਾ ਕਿ ਇੱਕ ਦਿੱਲੀ ਦਾ ਜਾਂ ਕਹਿ ਲਓ ਕਿ ਇਹਨਾਂ ਦਾ ਆਪ ਦਾ ਬਹੁਤ ਵੱਡਾ ਪਲੇਅਰ ਜਿਹੜਾ ਉਹ ਸਾਰਾ ਕੁਝ ਦੇਖ ਰਿਹਾ ਸੀਗਾ ਜੀ। ਤਾਂ ਬਾਅਦ 'ਚ ਕਹਿ ਦਿੱਤਾ ਗਿਆ ਕਿ ਤੇ ਜੀ ਸਰਬਸੰਮਤੀ ਨਾਲ ਚੋਣ ਹੋ ਗਈ। ਸਰਬਸੰਮਤੀ ਨਾਲ ਆਪਾਂ ਨੂੰ ਪਤਾ ਹੀ ਹੈ ਜੀ, PCA ਵਰਗੀ ਸੰਸਥਾ 'ਚੋਂ ਜਾਣ ਨੂੰ ਕਿਹਦਾ ਜੀ ਕਰਦਾ, ਪਰ ਦਬੱਲੇ ਗਏ, ਦਬਲ ਕੇ ਤੇ ਨਵੇਂ ਜਿਹੜੇ ਬਿਠਾ ਦਿੱਤੇ ਗਏ। ਸੋ ਗੁਲਜ਼ਾਰ ਇੰਦਰ ਚਹਿਲ ਜਿਹੜੇ ਕਿ ਫਿਲਮਾਂ ਦੇ ਵਿੱਚੋਂ ਫਲॉप ਹੋ ਕੇ ਗਏ, ਰਾਜਨੀਤੀ 'ਚ ਪੈਰ ਨਹੀਂ ਸੀ ਲੱਗ ਰਹੇ, ਪਰ ਫਿਰ ਵੀ ਰਾਜਨੀਤੀ ਦੀਆਂ ਪੌੜੀਆਂ ਦੇ ਸਹਾਰੇ ਇੱਕ ਉੱਚੀ ਮੰਜ਼ਿਲ ਤੇ ਜਾ ਪਹੁੰਚੇ ਆ। ਵੈਸੇ ਇਹਨਾਂ ਨੇ ਆਪਦੇ ਸੋਸ਼ਲ ਮੀਡੀਆ ਤੇ ਮੈਨੂੰ ਪਤਾ ਨਹੀਂ ਪੇਜ ਇਹਨਾਂ ਦਾ ਆਫੀਸ਼ੀਅਲ ਹੈ ਕਿ ਕਹਿੰਦੇ ਉਹਦੇ ਤੇ ਫੋਟੋਆਂ ਹੀ ਪਾ ਰੱਖੀਆਂ ਸੀ 10 ਮਾਰਚ ਤੋਂ ਲੈ ਕੇ ਲਗਾਤਾਰ ਭਗਵੰਤ ਮਾਨ ਨਾਲ ਜੀ। ਦੇਖੋ ਗੱਲ ਕੀ, ਵਧਾਈਆਂ ਦੇ ਬਥੇਰੀਆਂ ਵਧਾਈਆਂ। ਗੱਲ ਕੀ ਹੈ ਕਿ ਮਾਨ ਸਾਹਿਬ ਜੀ, ਇੱਥੇ ਤੇ ਜਿਹੜੇ ਬੰਦੇ ਨੇ, ਤੁਹਾਨੂੰ ਯਾਦ ਹੋਏਗਾ, ਵਿਰੋਧ ਕਰਕੇ ਭਾਈ ਨਿਰਮਲ ਸਿੰਘ ਜੀ ਦਾ ਸੰਸਕਾਰ ਨਹੀਂ ਸੀ ਹੋਣ ਦਿੱਤਾ ਜੀ ਮਾਸਟਰ ਨੇ। ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਇਸ ਖਬਰ ਦਾ। ਬਿਲਕੁਲ ਜੀ। ਉਸ ਮਾਸਟਰ ਨੇ ਜਾ ਕੇ ਗਲ 'ਚ ਪਰਨਾ ਪਵਾ ਲਿਆ ਆਮ ਆਦਮੀ ਪਾਰਟੀ ਵਾਲਿਆਂ ਦਾ, ਝਾੜੂ ਵਾਲਿਆਂ ਦਾ। ਔਰ ਇਹ ਉਹ ਲੋਕ ਸਨ, ਆਮ ਆਦਮੀ ਪਾਰਟੀ ਵਾਲੇ, ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਸੀ, ਇਹ ਵਿਰੋਧ ਕਰ ਰਹੇ ਸਨ ਕਿ ਮਾਸਟਰ ਸਰਕਾਰੀ ਜੌਬ ਤੇ ਹੋ ਕੇ ਤੇ ਇੱਦਾਂ ਕਰਦਾ ਕਿਉਂਕਿ ਉਦੋਂ ਸਿੱਧੂ ਦਾ ਕਰੀਬੀ ਸੀ। ਅੱਛਾ, ਸਿੱਧੂ ਦੇ ਕਰੀਬੀ ਆ ਰਹੇ ਆਮ ਆਦਮੀ ਪਾਰਟੀ 'ਚ ਸਭ ਤੋਂ ਪਹਿਲਾਂ। ਇਹ ਵੀ ਇੱਕ ਇੰਟਰਸਟਿੰਗ ਇਤਫਾਕ ਹੈ। ਚਾਹੇ ਉਹ ਕਹਿ ਲਓ ਕਿ ਅੰਮ੍ਰਿਤਸਰ ਦੇ ਵਿੱਚੋਂ ਕੌਂਸਲਰ ਹੋਣ, ਚਾਹੇ ਇਹ ਮਤਲਬ ਕਿ ਮਾਸਟਰ ਵਰਗੇ, ਚਾਹੇ ਸ਼ਾਮਲ ਕਰਾਉਣ ਵਾਲੇ ਬੰਦੇ ਨੂੰ ਤਾਂ ਪਤਾ ਹੁੰਦਾ ਹੀ ਕਿ ਫਲਾਣੀ ਧਿਰ ਦਾ ਬੰਦਾ ਇਹ ਫਲਾਣੇ ਨਾਲ ਜੁੜਿਆ। ਬਿਲਕੁਲ, ਤੁਹਾਡੇ ਸਾਹਮਣੇ ਸਾਰਾ ਟਰੈਕ ਰਿਕਾਰਡ ਤੇ ਅਗਲੇ ਦਾ ਆਉਂਦਾ ਹੀ ਹੈ ਨਾ ਕਿ ਭਾਈ ਤੁਸੀਂ ਇਸ ਬੰਦੇ ਨੂੰ ਲੈ ਕੇ ਆ ਰਹੇ ਹੋ ਆਪਣੀ ਪਾਰਟੀ ਦੇ ਵਿੱਚ। ਜੀ। ਬੜੀ ਦਿਲਚਸਪ ਜੀ ਕਹਾਣੀ ਹੈ। ਪਰ ਚਲੋ, ਚੋਣ ਉਹਨਾਂ ਦੀ ਹੋ ਚੁੱਕੀ ਆ।
ਚੋਣ ਹੋ ਚੁੱਕੀ ਆ ਜਾਂ ਕਹਿ ਲਓ ਕਿ ਸਿੱਧਮ ਸਿੱਧਾ ਹੀ ਕੰਮ ਚੱਲਿਆ ਤਾਂ ਭਾਈ ਮੁਬਾਰਕਬਾਦ ਤਾਂ ਬਣਦੀ ਹੈ। ਮੁਬਾਰਕਾਂ ਨਵੀਂ ਦੁਨੀਆ ਵਸਾ ਲਈ ਵੇ ਮੁਬਾਰਕਾਂ। ਜੀ ਬਿਲਕੁਲ ਬਿਲਕੁਲ। ਬਲਵਿੰਦਰ ਖੇੜਾ ਜੀ ਕਹਿ ਰਿਹਾ ਜੀ ਬਿਲਕੁਲ ਰਿਕਾਰਡ ਕਰਾਂਗੇ ਜੀ, ਪ੍ਰੋਗਰਾਮ ਨੂੰ ਰਿਕਾਰਡ ਕਰਕੇ ਤੁਹਾਨੂੰ ਦੁਬਾਰਾ ਤੋਂ ਵੀ ਅਪਲੋਡ ਕਰ ਦਿਆਂਗੇ ਜੀ। ਤੇ ਅਮਨਦੀਪ ਜੀ ਕਹ ਰਹੇ ਗਰੀਸ ਦਿਓ ਜੀ ਇੰਟਰਨੈਟ ਨੂੰ। ਮੈਨੂੰ ਤਾਂ ਲੱਗਦਾ ਨਹੀਂ ਮਿੰਟੂ ਜੀ ਗਰੀਸ ਨਾਲ ਵੀ ਕੋਈ ਅਸਰ ਹੋ ਜਾਊਗਾ। ਨਹੀਂ, ਸਾਨੂੰ ਗਰੀਸ 'ਚ ਜਾ ਕੇ ਨਾ ਕਿਤੇ ਪ੍ਰੋਗਰਾਮ ਕਰਨੇ ਪੈਣ ਉੱਥੋਂ ਦੇ ਇੰਟਰਨੈਟ ਨਾਲ, ਕਿਉਂਕਿ ਇੱਥੇ ਗਰੀਸ ਦੇ ਉੱਤੇ ਨਹੀਂ, ਇੱਥੇ ਤਾਂ ਕਾਲਾ ਟੋਕੇ ਵਾਲਾ ਤੇਲ ਦੇ ਦਿਓ ਤਾਂ ਵੀ ਇੰਟਰਨੈਟ ਕਿਤੇ ਨਾ ਕਿਤੇ ਬਹਿਣਾ। ਬਲਵਿੰਦਰ ਜੀ ਕਹਿ ਰਹੇ ਸਿੰਗਾਪੁਰ ਤੋਂ ਦੇਖ ਰਹੇ ਆ ਜੀ ਆਪਾਂ ਨੂੰ। ਥੈਂਕ ਯੂ ਜੀ, ਜੀ ਮਿਹਰਬਾਨੀ ਜੀ। ਤੇ ਸੁੱਖ ਮੈਂਬਰ ਆ ਗਏ। ਇਸ ਤੋਂ ਬਾਅਦ ਅੱਗੇ ਜੀ ਕਹਿੰਦੇ ਕਿ ਹਾਂ ਅੰਮ੍ਰਿਤਪਾਲ ਜੀ, ਇਹਨਾਂ ਦਾ ਕਮੈਂਟ ਵੀ ਸ਼ਾਨਦਾਰ ਆ। ਕਹਿੰਦੇ ਜੀ ਸਿੰਗਲੇ ਨੂੰ ਕਿਸੇ ਨੇ ਸਮਝਾਇਆ ਨਹੀਂ, ਮਾਮਾ ਭਾਣਜਾ ਇਕੱਠੇ ਨਹੀਂ ਬਹਿੰਦੇ ਹੁੰਦੇ, ਬੇਲੀ ਡਿੱਗ ਪੈਂਦੀ ਹੈ, ਡਿੱਗ ਪਈ ਨਾ। ਕਦੇ ਸਿਆਣਿਆਂ ਨੇ ਵੀ ਕਦੇ ਸਿਆਣਿਆਂ ਦਾ ਵੀ ਕਿਆ ਮੰਨ ਲੈਣਾ ਚਾਹੀਦਾ ਜੀ। ਕਹਿੰਦੇ ਭਾਣਜੇ ਕਈਆਂ ਨੂੰ ਲੈ ਕੇ ਬਹਿ ਗਏ ਆ। ਆਪਾਂ ਪਹਿਲਾਂ ਇਹਦੇ ਤੇ ਖਬਰ ਵੀ ਕੀਤੀ ਹੈ ਜੀ। ਜੀ ਬਿਲਕੁਲ। ਤਾਂ ਅੱਗੇ ਸ਼ੁਕਰ ਜੀ ਚੱਲ ਪਿਆ ਜੀ, ਕਹਿੰਦੇ ਇੰਟਰਨੈਟ। ਚਲੋ ਸ਼ੁਕਰ ਆ, ਅਸੀਂ ਵੀ ਕਹਿੰਦੇ ਹੈਗੇ। ਤਾਂ ਹੋਰ ਵੀ ਖਾਸੇ ਕਮੈਂਟ ਜਿਹੜੇ ਮਿੰਟੂ ਜੀ ਆ ਰਿਹਾ ਕਿ ਮਰ ਜਾਣਾ ਪੰਡਤ ਮਿੰਟੂ ਵੀਰ ਜੀ, ਕ੍ਰਿਕਟ ਵਿੱਚ ਆਪਣਾ ਕ੍ਰਿਕਟ ਵਿੱਚ 111 ਅੰਕ ਨੂੰ ਜਿਹੜਾ ਕੀ ਅਨਲੱਕੀ ਮੰਨਿਆ ਜਾਂਦਾ ਜੀ। ਹਾਂਜੀ। ਤੇ ਇਸ ਕਰਕੇ ਨੈਲਸਨ ਕਹਿੰਦੇ ਨੇ ਉਹਨੂੰ। ਅੱਛਾ ਜੀ। ਤੇ ਸਾਡੇ ਲਈ ਵੀ ਇਹ ਅੰਕ ਜਿਹੜਾ ਅਨਲੱਕੀ ਹੋ ਗਿਆ ਜੀ। ਤੇ 111ਵਾਂ ਕਹਿੰਦੇ 111ਵਾਂ ਐਪੀਸੋਡ ਆ ਜੀ। ਕਹਿੰਦੇ ਇਹਨਾਂ ਨੇ ਇੱਧਰਲੇ ਪਾਸੇ ਕਨੈਕਸ਼ਨ ਕੱਢ ਲੈਂਦਾ ਨਾਲ ਜੋੜ ਦਿੱਤਾ। ਤੇ ਉਹ ਨਾ ਇੱਕ ਅੰਪਾਇਰ ਹੁੰਦਾ ਸੀ ਵਿਲੀ ਵਾਰਡਨ ਹੁੰਦਾ ਸੀ, ਸ਼ਾਇਦ ਨਿਊਜ਼ੀਲੈਂਡ ਦਾ, ਹੁਣ ਤੇ ਰਿਟਾਇਰਮੈਂਟ ਲੈ ਗਿਆ। ਉਹ ਨਾ ਬੜਾ ਸੋਹਣੇ ਅੰਦਾਜ਼ ਨਾਲ ਐ ਛੱਕਾ ਦਿੰਦਾ ਹੁੰਦਾ ਸੀ ਜੀ, ਐ ਕਰਕੇ। ਤੇ ਉਹ ਬੜੇ ਸਟਾਈਲ ਨਾਲ। ਹਾਂ ਜੀ। ਤੇ ਉਹ ਜਦੋਂ ਨੈਲਸਨ ਹੁੰਦਾ ਸੀਗਾ ਨਾ, ਉਹਨੇ ਐ ਮਤਲਬ ਕਿ ਐ ਬੜਾ ਜਿੱਦਾਂ ਹਿਰਨ ਨਹੀਂ ਚੁੰਗੀਆਂ ਭਰਦੇ, ਇੱਦਾਂ ਭਰ ਕੇ। ਤੇ ਉਹ ਨੈਲਸਨ ਨੂੰ ਮਤਲਬ ਕਿ ਉਹਦਾ ਵੀ ਇੱਕ ਆਪਣਾ ਅੰਦਾਜ਼ ਸੀਗਾ ਕਿ ਨੈਲਸਨ ਨੂੰ ਅਨਲੱਕੀ ਮੰਨਿਆ ਜਾਂਦਾ ਹੈ। ਜਿਵੇਂ ਇੱਥੇ ਚੰਡੀਗੜ੍ਹ 'ਚ 13 ਸੈਕਟਰ ਹੈ ਨੀਗਾ, ਸ਼ਾਇਦ ਇਸੇ ਕਰਕੇ ਛੱਡ ਦਿੱਤਾ ਗਿਆ। ਕੁਛ ਲੋਕ 13 ਨੂੰ ਅਨਲੱਕੀ ਮੰਨਦੇ ਆ ਸ਼ਾਇਦ। ਤਾਂ ਕਹਿਣ ਦਾ ਮਤਲਬ ਇਹ ਆ ਕਿ ਉਹਨੇ ਬੜੇ ਅੰਦਾਜ਼ ਦੇ ਨਾਲ ਉਹ ਨੈਲਸਨ ਨੂੰ ਯਾਦ ਕਰਨਾ, ਜਾਂ ਇੱਕ ਕੋਈ ਮਾਨਤਾ ਵੀ ਹੋ ਸਕਦੀ ਹੈ। ਸੋ ਅੱਜ ਸਾਡੇ ਵਾਸਤੇ ਵੀ ਨੈਲਸਨ ਜਿਹੜਾ ਹੈ ਕਹਿ ਲਓ ਕਿ ਅਨਫੋਰਚੂਨੇਟਲੀ ਸਾਡੇ ਲਈ ਵੀ ਬਦਕਿਸਮਤੀ। ਜੀ ਸੁਰਿੰਦਰ ਗਰਗ ਜੀ ਕਰੇ ਜੀ ਚਾਚਾ ਕੈਪਟਨ ਅਮਰਿੰਦਰ ਸਿੰਘ ਤੇ ਭਗਵੰਤ ਮਾਨ ਜੀ ਦੀ ਮਿਲਣੀ ਕਦੋਂ ਹੋ ਰਹੀ ਹੈ ਜੀ? ਗੋਲਡੀ ਮਾਨ ਜੀ ਆਪਣਾ ਦੱਸਣਾ ਪਲੀਜ਼। ਕਹਿੰਦੇ ਕਿ ਕਿਹਦੀ ਕੀ ਕਹਿ ਰਹੇ ਕਿ ਚਾਚਾ ਕੈਪਟਨ ਅਮਰਿੰਦਰ ਸਿੰਘ ਤੇ ਭਗਵੰਤ ਮਾਨ ਦੀ ਮਿਲਣੀ ਕਦੋਂ ਹੋ ਰਹੀ ਹੈ ਜੀ? ਨਹੀਂ ਜੀ, ਅਸੀਂ ਹੁਣ ਵਿਚੋਲੇ ਹੈ ਨਹੀਂਗੇ ਜਿਹੜੇ ਤੁਹਾਨੂੰ ਦੱਸ ਸਕੀਏ ਕਿ ਮਿਲਣੀ ਕਿੱਦਣ ਹੋਣੀ ਆ। ਸੋ ਇਸ ਕਰਕੇ ਸਾਨੂੰ ਪੱਕਾ ਪਤਾ ਨਹੀਂ ਕਿ ਮਿਲਣੀ ਕਿੱਦਣ ਹੋਏਗੀ। ਇਹਨਾਂ ਦੀ ਮਿਲਣੀ ਦਾ ਵੀ ਕੋਈ ਪਤਾ ਨਹੀਂ ਲੱਗਦਾ, ਤੇ ਮਿਲਣੀ ਤੋਂ ਬਾਅਦ ਵਿਛੋੜਾ ਕਦੋਂ ਹੋ ਜਾਂਦਾ ਇਹ ਵੀ ਨਹੀਂ ਪਤਾ ਲੱਗਦਾ ਇਹਨਾਂ ਦਾ। ਸੋ ਇਹਨਾਂ ਦਾ ਕੋਈ ਪਤਾ ਨਹੀਂ ਹੈ, ਕੋਈ ਪਤਾ ਨਹੀਂ ਰਾਜਨੀਤੀ ਦੇ ਵਿੱਚ ਕੀ ਹੈ ਕਿ ਇੱਥੇ ਕਹਿ ਲਓ ਕਿ ਚਾਚਾ ਚੋਰੀ ਕਰਦਾ ਹੈ, ਭਤੀਜਾ ਕਸਮਾਂ ਦਿੰਦਾ, ਬਈ ਇੱਥੇ ਕੋਈ ਸਮਝ ਨਹੀਂ ਆਉਂਦੀ। ਜੀ ਬਿਲਕੁਲ। ਆਪਾਂ ਅੱਗੇ ਚੱਲਦੇ ਮਿੰਟੂ ਜੀ ਕਿ 10 ਜਿਹੜੇ ਵਿਦੋਸ਼ ਸਿੱਖ ਸੀਗੇ ਉਹਨਾਂ ਦੀ ਕਹਾਣੀ ਕੀ ਆ? ਬੜੀ ਖਬਰ ਹੈ ਜਿਹੜੀ ਪ੍ਰਿੰਟ ਮੀਡੀਆ ਛੋਟੀ ਜਿਹੀ ਖਬਰ ਆਈ ਆ, ਮੈਨੂੰ ਲੱਗਦਾ ਥੋੜ੍ਹੇ ਜਿਹੇ ਹਿੱਸੇ 'ਚ ਹੀ ਖਬਰ ਆਈ, ਜ਼ਿਆਦਾ ਆਈ ਵੀ ਨਹੀਂ ਕਿਤੇ ਨਜ਼ਰ। ਇਹ ਜਿਹੜੀ 10 ਵਿਦੋਸ਼ੀ ਸਿੱਖਾਂ ਦੀ ਕਤਲ ਦੀ ਕਹਾਣੀ ਹੈ ਨਾ, ਇਹ ਮਾਨ ਸਾਹਿਬ ਬੜੇ ਵਕਤ ਪਹਿਲਾਂ, ਮੇਰੇ ਖਿਆਲ ਦੇ ਨਾਲ ਜੇ ਤੁਸੀਂ ਦੇਖੋਗੇ ਤਾਂ ਆਲਮੋਸਟ ਹੁਣ ਤੇ 3 ਦਹਾਕੇ ਹੋ ਗਏ ਨੇ, 90-91 ਦੀ ਗੱਲ ਹੈ। ਅੱਜ ਇਹ ਖਬਰ ਪਤਾ ਕਿਉਂ ਲੱਗੀ ਹੈ? ਕਿਉਂਕਿ ਇਹਦੇ ਵਿੱਚ ਦੋਸ਼ ਸਿੱਧ ਹੋ ਗਏ ਸਨ। ਜਿਹੜੇ ਯੂਪੀ ਦੇ ਪੁਲਿਸ ਵਾਲੇ ਸੀ ਉਹ ਕਾਤਲ ਪਾਏ ਗਏ। ਅੱਛਾ, ਇਹ ਕਹਾਣੀ ਵੀ ਯੂਪੀ ਦੀ ਆ? ਬਿਲਕੁਲ ਜੀ। ਮੈਂ ਤੁਹਾਨੂੰ ਦੱਸ ਦਿੰਦਾ ਕਿ ਅਸਲ ਦੇ ਵਿੱਚ ਜਦੋਂ ਇਨਸਰਜੈਂਸੀ ਦਾ ਦੌਰ ਸੀਗਾ ਪੰਜਾਬ ਦੇ ਅੰਦਰ, ਸਿੱਖਾਂ ਦਾ ਇੱਕ ਜਥਾ ਜਿਹੜਾ ਉਹ ਆਪਣੇ ਧਾਰਮਿਕ ਅਸਥਾਨ ਤੋਂ ਯਾਤਰਾ ਕਰਕੇ ਪਰਤ ਰਿਹਾ ਸੀਗਾ ਜੀ। ਯੂਪੀ ਪੁਲਿਸ ਨੇ ਉਹਨਾਂ ਦੀ ਬੱਸ ਡੱਕ ਲਈ ਜੀ। ਜਦੋਂ ਬੱਸ ਡੱਕ ਲਈ ਤੇ ਉਹਨਾਂ ਦੀ ਬੱਸ ਨੂੰ ਸਾਰਾ ਦਿਨ ਘੁਮਾਈ ਫਿਰਿਆਈ ਰਿਹਾ, ਇੱਧਰ ਉੱਧਰ ਜੀ। ਸ਼ਾਮੀ ਕੀ ਕੀਤਾ ਨੇ ਇਹਨਾਂ ਨੇ ਕਿ ਕੁਛ ਬੰਦਿਆਂ ਨੂੰ ਤਾਰ ਦਿੱਤਾ, ਕੁਛ ਬੰਦਿਆਂ ਨੂੰ ਜੁਦਾ ਗੱਡੀ 'ਚ ਬਿਠਾ ਕੇ ਤੇ ਲੈ ਗਏ। ਉਹਨਾਂ ਨੂੰ ਅੱਗੇ ਜਾ ਕੇ ਪੀਲੀਭੀਤ ਦੇ ਵਿੱਚ ਮਾਰ ਦਿੱਤਾ ਗਿਆ ਸੀਗਾ, ਬਾਹਰੀ ਏਰੀਆ ਥੋੜਾ ਜੰਗਲ ਵੰਗਲ ਵਾਲਾ। ਉਹਦੇ ਵਿੱਚ ਜਾ ਕੇ ਸਾਰੇ ਨਿਰਦੋਸ਼ ਸਿੱਖ ਸੀ ਜਿਹੜੇ ਮਾਰ ਦਿੱਤੇ। ਉਹਨਾਂ ਦੀਆਂ ਡੈੱਡ ਬੋਡੀਜ਼ ਵੀ ਬਰਾਮਦ ਹੋ ਗਈਆਂ। ਇੱਕ ਕਹਿ ਲਓ ਕਿ ਬੜੀ ਜਿੱਦਾਂ ਕਹਿ ਲਈਏ ਕਿ ਦਿਲ ਨੂੰ ਵਲੂੰਦਰਨ ਵਾਲੀ ਗੱਲ ਹੈ ਕਿ ਉਹਨਾਂ ਦੇ ਵਿੱਚ ਇੱਕ ਬੱਚਾ ਵੀ ਸ਼ਾਮਲ ਸੀ ਮਾਨ ਸਾਹਿਬ ਜੀ। ਉਹ ਬੱਚਾ ਕਿੱਧਰ ਗਿਆ ਅੱਜ ਤੱਕ ਨਹੀਂ ਪਤਾ। ਹੋ ਸਕਦਾ ਬੱਚੇ ਨੂੰ ਵੀ ਮਾਰ ਕੇ ਤੇ ਉਹਨਾਂ ਨੇ ਕਿਤੇ ਰੋੜਤਾ ਹੋਵੇ ਜਾਂ ਦਫਨਾਤਾ ਹੋਵੇ ਜੀ। ਅੱਛਾ, ਬੱਚੇ ਦੀ ਡੈੱਡ ਬੋਡੀ ਅੱਜ ਨਾ ਬੱਚਾ ਜਿੰਦਾ ਮਿਲਿਆ ਤੇ ਨਾ ਬੱਚਾ ਮੁਰਦਾ ਮਿਲਿਆ ਜੀ।
ਆਹ ਕਹਾਣੀ ਆ। ਫਿਰ ਇਹ ਮਾਮਲਾ ਚੱਲਿਆ, ਉਦੋਂ ਮੁਲਾਇਮ ਬਣਿਆ ਜਦੋਂ 90 ਦੇ ਦਹਾਕੇ ਦੇ ਵਿੱਚ ਇਹਨਾਂ ਨੇ ਇਨਕੁਆਇਰੀ ਪਹਿਲਾਂ ਖੋਲ੍ਹੀ, ਫਿਰ ਬਾਅਦ ਦੇ ਵਿੱਚ ਰੁਕਵਾ ਦਿੱਤੀ। ਇੱਦਾਂ ਚੱਲਦੀ ਬਹੁਤ ਲੰਮਾ ਸਮਾਂ ਚੱਲਦੀ ਆਈ। ਤੇ ਆ ਥੋੜਾ ਸਮਾਂ ਪਹਿਲਾਂ ਕੁਝ ਕੁ ਮਹੀਨੇ ਪਹਿਲਾਂ ਫਿਰ ਇਹਨਾਂ ਨੂੰ ਕੈਦ ਬੋਲ ਗਈ ਸੀ। ਇਹ ਸਾਰੇ ਦੋਸ਼ੀ ਪਾਏ ਗਏ ਸਨ ਉਸ ਟਾਈਮ, ਜਿਹੜੇ ਪੁਲਿਸ ਪਾਰਟੀ ਦੇ ਵਿੱਚ ਸੀਗੇ ਤੇ ਜਾਂ ਜੋ ਵੀ ਮਤਲਬ ਕਿ ਉੱਥੇ ਜ਼ਿੰਮੇਵਾਰ ਲੋਕ ਸੀਗੇ ਜੀ। ਇਹਨਾਂ ਨੂੰ ਜਦੋਂ ਹੁਣ ਦੋਸ਼ੀ ਪਾ ਦਿੱਤਾ, ਸੈਸ਼ਨ ਕੋਰਟ ਨੇ ਸਜ਼ਾ ਸੁਣਾ ਦਿੱਤੀ ਜੀ, ਤੇ ਇਹ ਗਏ ਨੇ ਇਲਾਹਾਬਾਦ ਹਾਈ ਕੋਰਟ। ਯੂਪੀ ਦੀ ਹਾਈ ਕੋਰਟ ਨੂੰ ਇਲਾਹਾਬਾਦ ਹਾਈ ਕੋਰਟ ਕਿਹਾ ਜਾਂਦਾ ਹੈ। ਤੇ ਜਦੋਂ ਇਹ ਗਏ ਨੇ ਉੱਥੇ, ਤਾਂ ਉੱਥੇ ਇਹਨਾਂ ਨੇ ਬੇਲ ਮੰਗੀ ਹੈ ਕਿ ਸਾਨੂੰ ਜ਼ਮਾਨਤ ਦੇ ਦਿਓ, ਪਰ ਕੋਰਟ ਨੇ ਇਨਕਾਰ ਕਰ ਦਿੱਤਾ ਹੈ। ਮਤਲਬ ਕਿ ਇਹਨਾਂ ਦਾ ਜੁਰਮ ਦੇਖ ਕੇ ਜਾਂ ਇਹਨਾਂ ਦੀ ਦਰਿੰਦਗੀ ਵੇਖ ਕੇ ਉਹਨਾਂ ਨੇ ਜ਼ਮਾਨਤ ਨਹੀਂ ਦਿੱਤੀ। ਪਰ ਇਹ ਇੱਕ ਚੰਗੀ, ਮੈਂ ਕਹੂੰਗਾ ਕਿ ਠੀਕ ਪਹਿਲ ਕਦਮੀ ਹੈ ਕੋਰਟ ਦੀ, ਕਿ ਐਡਾ ਵੱਡਾ ਨਰਸੰਹਾਰ, ਐਡਾ ਵੱਡਾ ਕਤਲੇਆਮ ਕਰਕੇ ਜੇ ਕੋਈ ਬੰਦਾ ਮੰਨ ਲਓ 20-30 ਸਾਲ ਬਾਅਦ ਸਜ਼ਾ ਖਾ ਜਾਂਦਾ ਤੇ ਉਸ ਤੋਂ ਬਾਅਦ ਉਹਨੂੰ ਜ਼ਮਾਨਤ ਮਿਲ ਜਾਂਦੀ, ਇਹਦਾ ਮਤਲਬ ਕਿ ਉਹਦਾ 10-15 ਸਾਲ ਕੇਸ ਫਿਰ ਹਾਈ ਕੋਰਟ 'ਚ ਪਿਆ ਰਹੂਗਾ ਜੀ। 30 ਸਾਲ ਤਾਂ ਪਹਿਲਾਂ ਉਹ ਬਚਦਾ ਰਿਹਾ, 15-20 ਸਾਲ ਜੇ ਕੇਸ ਹੋਰ ਨਾ ਨਿਕਲਿਆ, 50 ਸਾਲ ਤੇ ਉਹਦੀ ਉਮਰ ਜੌਬ ਕਰਦੇ ਦੀ ਕੋਈ 30-35-40 ਇੱਥੇ ਹੋਏਗੀ। ਇਹਦਾ ਮਤਲਬ ਕਿ ਜ਼ਿੰਦਗੀ ਟੱਪ ਗਈ। ਸਾਰਾ ਕੰਮ ਕਰਕੇ, ਹਵਾਨੀਅਤ ਵਿਖਾ ਕੇ, ਦਰਿੰਦਗੀ ਕਰਕੇ, ਬੰਦਾ ਕਾਨੂੰਨ ਦੇ ਨਾਲ ਖੇਡ ਕੇ, ਤਨਖਾਹਾਂ ਭੱਤੇ ਲੈ ਕੇ ਉੱਥੇ ਜ਼ਿੰਦਗੀ ਕੱਟ ਗਿਆ। ਸੋ ਇਸ ਕਰਕੇ ਜਿਹੜਾ ਫੈਸਲਾ ਲਿਆ ਮੇਰੇ ਖਿਆਲ ਦੇ ਨਾਲ ਵਾਜਬ ਹੈ। ਔਰ ਇਹ ਦਰਿੰਦਗੀ ਜਿਹੜੀ ਆ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਾਡੇ ਸਿਸਟਮ ਦਾ ਜੋ ਇੱਕ ਕਹਿ ਲਓ ਕਿ ਬਹੁਤ ਖਤਰਨਾਕ ਹਿੱਸਾ ਕਹਿ ਲਓ ਜਾਂ ਪਾਰਟ ਕਹਿ ਲਓ, ਉਹਦਾ ਇੱਕ ਪ੍ਰਤੱਖ ਮਿਸਾਲ ਹੈ, ਉਦਾਹਰਣ ਹੈ ਕਿ ਬਾਈ ਕਿਸ ਤਰੀਕੇ ਦੇ ਨਾਲ ਉਸ ਦੌਰ ਦੇ ਵਿੱਚ, ਹੁਣ ਕਿ ਯੂਪੀ ਪੁਲਿਸ ਵੀ, ਵੈਸੇ ਤੁਹਾਨੂੰ ਯਾਦ ਹੋਏਗਾ ਮੇਰੇ ਖਿਆਲ ਦੇ ਨਾਲ 3 ਕੁ ਸਾਲ ਪਹਿਲਾਂ ਦੀ ਗੱਲ ਆ ਕਿ ਇਸੇ ਤਰ੍ਹਾਂ ਯੂਪੀ ਦੇ 2 ਥਾਣੇਦਾਰਾਂ ਨੂੰ ਵੀ ਕੈਦ ਹੋਈ ਸੀਗੀ ਫੇਕ ਇਨਕਾਊਂਟਰ 'ਚ। ਪੰਜਾਬ ਦਾ ਬੰਦਾ ਮਾਰਿਆ ਸੀ ਇਹਨਾਂ ਨੇ, ਇੱਥੋਂ ਚੱਕ ਕੇ ਲੈ ਕੇ ਗਏ, ਔਰ ਪੰਜਾਬ ਦਾ ਵੀ ਇੱਕ ਪੁਲਿਸ ਆਫੀਸਰ ਉਹਦੇ ਵਿੱਚ ਸ਼ਾਮਲ ਸੀਗਾ। ਮਤਲਬ ਕਿ ਇੰਨੀ ਜ਼ਿਆਦਾ ਨਹੀਂ ਮੱਚੀ ਕਿ ਸਿੱਖ ਹੋਣਾ ਹੀ ਗੁਨਾਹ ਹੋ ਗਿਆ, ਔਰ ਉਸ ਗੁਨਾਹ ਦੀ ਸਜ਼ਾ ਦੇਣ ਵਾਸਤੇ ਸਾਰੇ ਹੀ ਤਿਆਰ ਹੋ ਗਏ। ਜੇ ਕੋਈ ਯੂਪੀ ਵਾਲੇ ਨੂੰ ਟੱਕਰ ਗਿਆ ਤਾਂ, ਜੇ ਇਹਨੂੰ ਟੱਕਰ ਗਿਆ ਤਾਂ, ਇਹਨੂੰ ਟੱਕਰ ਗਿਆ ਤਾਂ, ਇਹਦਾ ਹੱਦ ਦੀ ਗੱਲ ਹੈ ਨਾ ਕਿ ਦੂਸਰੀ ਸਟੇਟ ਦੇ ਵੀ ਉਹ ਸੋਚਦੇ ਹੋਣੇ ਕਿ ਜੇ ਪੰਜਾਬ ਪੁਲਿਸ ਉੱਥੇ ਤਰੱਕੀਆਂ ਪਾਈ ਜਾਂਦੀ ਹੈ, ਫੇਕ ਇਨਕਾਊਂਟਰ ਦੇ ਜ਼ਰੀਏ ਇਨਾਮਾਤ ਹਾਸਲ ਕਰਦੀ ਪਈ, ਤੇ ਫਿਰ ਅਸੀਂ ਕਿਉਂ ਪਿੱਛੇ ਰਹੀਏ। ਇਹ ਉਸ ਅੰਨੇ ਦੌਰ ਦੀ ਇਹ ਜਿਹੜੀ ਅੰਨੀ ਦਰਿੰਦਗੀ ਆ ਉਹਦੀ ਇੱਕ ਮਿਸਾਲ ਮਾਤਰ ਆ। ਜੀ ਬਿਲਕੁਲ ਮਿੰਟੂ ਜੀ ਵੈਸੇ ਅੱਗੇ ਚੱਲੀਏ ਆਪਾਂ। ਵੈਸੇ ਇੰਟਰਨੈਟ ਤਾਂ ਆਪਣਾ ਥੋੜੀ ਦਿੱਕਤ ਅੱਜ ਦੇ ਰਿਹਾ। NAS ਵਾਲਾ ਕੀ ਮਸਲਾ ਹੈਗਾ? ਇਹ ਹੁਣ ਜਿਹੜਾ ਦਾ ਰਿਜ਼ਲਟ ਆਇਆ ਉਹਨੇ ਸਿੰਘ ਫਸਾ ਕੇ ਰੱਖੇ ਹੈਗੇ। ਹਾਂ ਜੀ, ਦੇਖੋ ਜਿਹੜਾ ਵਿੱਚ ਉਹ ਐਮਓਜੀ ਵੀ ਲਈ ਆਉਂਦੇ ਆ, ਕਹਿੰਦੇ ਯਾਰ ਐਮਓਜੀ ਵੀ ਹੁਣ ਇਹਦਾ ਹੁਣ ਫਾਇਦਾ ਚੱਕੋ ਕਹਿੰਦੇ। ਆ ਦੇਖੋ NAS ਜਿਹੜਾ ਆ ਜੀ, NAS ਜੀ, ਸੌਰੀ NAS ਤਾਂ ਹੋਰ ਹੋ ਗਿਆ ਨਾ, NAS ਜੀ, ਨੈਸ਼ਨਲ ਸਿਕਿਉਰਿਟੀ ਐਕਟ ਹੋ ਗਿਆ ਜੀ। ਜਿਹੜਾ ਇਹ ਵੈਸੇ ਇਹਨੂੰ ਕਹਿੰਦੇ ਨੈਸ਼ਨਲ ਅਚੀਵਮੈਂਟ ਸਰਵੇ। ਥੋੜ੍ਹਾ ਜਿਹਾ ਇਹਦਾ ਇਹ ਆ ਕਿ ਮੈਂ ਤੁਹਾਨੂੰ ਦੱਸ ਦੇਵਾਂ, ਐਕਚੁਅਲ ਦੇ ਵਿੱਚ ਇੱਕ ਸਟੱਡੀ ਹੈ, ਇੱਕ ਅਧਿਐਨ ਆ, ਮਤਲਬ ਕਿ ਸਕੂਲ ਕਾਲਜ ਇਹਦੇ ਵਿੱਚ ਸ਼ਾਮਲ ਕੀਤੇ ਜਾਂਦੇ, ਔਰ ਬਹੁਤ ਵੱਡਾ ਇਹਦਾ ਦਾਇਰਾ ਹੁੰਦਾ ਹੈ। ਮਹੱਤਵਪੂਰਨ ਇਸ ਕਰਕੇ ਹੋ ਜਾਂਦਾ ਕਿ ਇਹਦਾ ਦਾਇਰਾ ਜਿਹੜਾ, ਇਹਦੀ ਵਿਆਪਕਤਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇਹਦਾ ਫੈਲਾਅ ਜਿਹੜਾ ਬਹੁਤ ਜ਼ਿਆਦਾ ਹੁੰਦਾ ਹੈ, ਕਿਉਂਕਿ ਨੈਸ਼ਨਲ ਪੱਧਰ 'ਤੇ ਹੁੰਦਾ ਹੈ। ਨੈਸ਼ਨਲ ਪੱਧਰ 'ਤੇ ਇਹਦੇ ਵਿੱਚ ਮਤਲਬ ਕਿ ਪਰਟੀਕੂਲਰ ਕੋਈ ਸਕੂਲ ਜਾਂ ਇੱਦਾਂ ਨਹੀਂ ਕਿ ਸਿੱਧਾ ਓਪਨ ਕੰਮ ਹੈ, ਜਿਵੇਂ ਆਪਾਂ ਓਪਨ ਕਬੱਡੀ ਕਹਿ ਦਿੰਦੇ ਹਾਂ, ਤਾਂ 3ਵੀਂ 5ਵੀਂ 8ਵੀਂ 10ਵੀਂ ਇੱਦਾਂ ਕਈ ਮਤਲਬ ਕਿ ਉਹਦੇ ਵਿੱਚ ਗਾਂ ਬਿੰਦੂ ਰੱਖੇ ਨੇ, ਪੈਮਾਨੇ ਰੱਖੇ ਨੇ, ਉਹਦੇ ਹਿਸਾਬ ਦੇ ਨਾਲ ਫਿਰ ਓਵਰਆਲ ਜਿਹੜੀ ਆ ਦਰਜਾਬੰਦੀ ਕੀਤੀ ਜਾਂਦੀ ਹੈ। ਸੋ ਆਹ ਅਧਿਐਨ ਦਾ ਜਿੱਦਾਂ ਕਹਿ ਲਈਏ ਕਿ ਇੱਕ ਫਾਰਮੈਟ ਹੈ, ਮੂਲ ਫਾਰਮੈਟ ਜਿਹਨੂੰ ਆਪਾਂ ਮਤਲਬ ਕਰਦੇ ਕਿਵੇਂ ਸਟੱਡੀ? ਹਾਂਜੀ, ਕਰਦੇ ਕਿਵੇਂ ਬੇਸਿਕਲੀ 3 ਸਾਲ ਬਾਅਦ ਹੁੰਦੀ ਹੈ ਮਾਨ ਸਾਹਿਬ। ਅੱਛਾ ਜੀ, ਹਰ 3 ਸਾਲ ਬਾਅਦ? ਹਾਂਜੀ, 17 'ਚ ਹੋਈ ਤੇ ਉਸ ਤੋਂ ਬਾਅਦ ਫਿਰ ਹੋਣੀ ਸੀਗੀ 20 'ਚ ਕੋਵਿਡ ਸੀ, ਫਿਰ ਗਾਂ ਜਾ ਕੇ ਤੇ ਫਿਰ 21 'ਚ ਹੁੰਦੀ ਹੈ। ਤਾਂ ਹੁਣ ਉਹ ਸਾਰੀਆਂ ਰਿਪੋਰਟਾਂ ਜਿਹੜੀਆਂ ਨੇ ਉਹ ਸ਼ਾਇਆ ਹੋ ਗਈਆਂ, ਰਿਜ਼ਲਟ ਆ ਗਿਆ, 3 ਸਾਲ ਬਾਅਦ ਹੋਣਾ ਸੀਗਾ। ਤਾਂ ਉਹਦੇ ਵਿੱਚ ਪੰਜਾਬ ਦੀ ਗੁੱਡੀ ਚੜ੍ਹੀ ਆ। ਹੁਣ ਜਦੋਂ ਗੁੱਡੀ ਚੜ੍ਹਦੀ ਹੈ ਤਾਂ ਫਿਰ ਦੁਨੀਆ ਸੜਦੀ ਹੈ। ਤਾਂ ਇੱਥੇ ਬਹੁਤ ਅਜੀਬੋ ਗਰੀਬ ਹਾਲਤ ਬਣ ਗਈ। ਦੇਖੋ, ਪੰਜਾਬ ਵਾਸਤੇ ਖੁਸ਼ਖਬਰੀ ਵਾਲੀ ਗੱਲ ਸੀਗੀ। ਇੱਥੇ ਹੁਣ ਤੁਹਾਨੂੰ ਪਤਾ ਹੀ ਆ, ਪ੍ਰਗਟ ਸਿੰਘ ਕਹਿ ਰਹੇ ਆ, ਬਾਜਵਾ ਸਾਹਿਬ ਕਹਿ ਰਹੇ ਨੇ, ਫਿਰ ਡਾਕਟਰ ਦਲਜੀਤ ਸਿੰਘ ਚੀਮਾ, ਜਿਵੇਂ ਮੈਂ ਅੱਗੇ ਜ਼ਿਕਰ ਕਰਕੇ ਹਟਿਆ,
ਤੇ ਸੋਸ਼ਲ ਮੀਡੀਆ ਤੇ ਟ੍ਰੋਲਿੰਗ ਕਿ ਭਾਈ ਭਗਵੰਤ ਮਾਨ ਸਾਇਲੈਂਟ ਕਿਉਂ ਆ, ਬੋਲਦੇ ਕਿਉਂ ਨਹੀਂ ਹੁਣ? ਅੱਗੇ ਤੇ ਕਹਿੰਦੇ ਹੁੰਦੇ ਸੀਗੇ ਕਿ ਨਿੱਕੀ ਜੀ ਗੱਲ ਤੇ ਮੈਂ ਆਹ ਕੀਤਾ, ਚੱਕ ਅਖਬਾਰ 'ਚ ਇਸ਼ਤਿਹਾਰ, ਅਸੀਂ ਆਹ ਫੈਸਲਾ ਲਿਆ, ਚੱਕ ਅਖਬਾਰ 'ਚ ਇਸ਼ਤਿਹਾਰ। ਤੇ ਹੁਣ ਬਈ ਉਹ ਬੋਲਦੇ ਨਹੀਂ, ਉਹਨਾਂ ਨੇ ਟਵੀਟ ਤੱਕ ਨਹੀਂ ਕੀਤਾ ਜੀ। ਪਰ ਗੱਲ ਇਹ ਆ ਕਿ ਦੇਖੋ ਰੌਲਾ ਤੇ ਹੈ ਕਿ ਭਗਵੰਤ ਮਾਨ ਹੋਰੀ ਸਿਆਣੇ ਆ ਜੀ, ਸਿਆਣੇ ਇਸ ਪੱਖੋਂ ਆ ਕਿ ਬਾਈ ਜੇ ਮਤਲਬ ਕਿ ਇੰਨਾ ਖਰਚਾ ਕਰਕੇ ਇਸ਼ਤਿਹਾਰ ਲੱਗ ਗਏ ਤੇ ਰੌਲਾ ਤਾਂ ਆਹੀ ਪੈਣਾ ਨਾ ਕਿ ਤੁਹਾਡਾ ਵਿੱਚ ਰੋਲ ਕੀ ਆ, ਤੇ ਉਹਦੇ ਨਾਲ ਚੰਗਾ ਕਿ ਚੁੱਪ ਰਹੋ, ਚੁੱਪ ਹੀ ਰਹੋ, ਬੁੱਲ ਸੀਤੀ ਰੱਖੋ। ਕਿਉਂਕਿ ਇਹਦੇ ਵਿੱਚ ਜਿਹੜੀ ਦਰਜਾਬੰਦੀ ਆਈ ਹੈ, ਮੈਂ ਜਿਵੇਂ ਦੱਸਿਆ ਕਿ ਕੁਝ ਕਲਾਸਾਂ ਦਾ ਇਹ ਅਧਿਐਨ ਹੁੰਦਾ ਤਾਂ ਉਹਦੇ ਵਿੱਚ ਹੁਣ ਤੁਸੀਂ ਇਹ ਦੇਖੋ ਇਹਦੀ ਵਿਸ਼ਾਲਤਾ ਜਾਂ ਕਹਿ ਲਓ ਕਿ ਇਹਦਾ ਫੈਲਾਅ ਕਿੱਡਾ ਹੈ। 34 ਲੱਖ ਸਟੂਡੈਂਟ ਨੇ ਹਿੱਸਾ ਲਿਆ ਇਹਦੇ 'ਚ ਟੋਟਲ ਜੀ। ਇਹਦੇ ਵਿੱਚ ਜੇ ਪੰਜਾਬ ਤੋਂ ਤੁਸੀਂ ਦੇਖੋਗੇ ਤਾਂ 1,17,000 ਬੱਚਾ ਹੈ ਸਾਡਾ ਜਿਹੜਾ ਕਿ ਇਸ ਸਰਵੇ ਦੇ ਵਿੱਚ ਸ਼ਾਮਲ ਹੁੰਦਾ ਹੈ। ਤਾਂ ਇਹਦੇ ਵਿੱਚ ਜਿਵੇਂ ਮੈਂ ਕਿਹਾ ਕਿ 15 ਕੈਟਾਗਰੀਆਂ ਹੁੰਦੀਆਂ, ਮੈਂ ਜਿਵੇਂ ਦੱਸਿਆ ਨਾ ਕਿ ਪੈਮਾਨੇ ਹੁੰਦੇ ਆ, ਅਲੱਗ-ਅਲੱਗ ਪੈਰਾਮੀਟਰ ਕਿ ਇਹਦੇ 'ਤੇ ਕੌਣ, ਇਹਦੇ 'ਤੇ ਕੌਣ, ਇਹਦੇ ਕੌਣ, ਫਿਰ ਉਸ ਤੋਂ ਬਾਅਦ ਓਵਰਆਲ ਰਿਜ਼ਲਟ ਜਿਹੜਾ ਉਹ ਕਲੀਅਰ ਹੋ ਜਾਂਦਾ ਹੈ। ਤਾਂ ਤੁਹਾਨੂੰ ਯਾਦ ਹੋਏਗਾ ਮਨੀਸ਼ ਸਿਸੋਦੀਆ ਨੇ ਇਹਦਾ ਵਿਰੋਧ ਵੀ ਕੀਤਾ ਸੀਗਾ, ਸ਼ਾਇਦ ਕੋਵਿਡ ਦੇ ਦਰਮਿਆਨ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀਗਾ, 20 ਦੇ ਵਿੱਚ ਨਹੀਂ ਹੋਇਆ, 21 'ਚ ਹੋਣਾ ਸਟਾਰਟ ਹੋਇਆ, ਤੇ ਇਹਨਾਂ ਨੇ ਵਿਰੋਧ ਵੀ ਕੀਤਾ ਸੀਗਾ ਕਿ ਤੁਸੀਂ ਕੋਵਿਡ ਦੇ ਦਰਮਿਆਨ, ਕਿਉਂਕਿ ਉਦੋਂ ਤੱਕ ਮੇਰੇ ਖਿਆਲ ਦੇ ਨਾਲ 3rd ਵੇਵ ਆਈ ਸੀਗੀ, ਤਾਂ ਇਹਨਾਂ ਨੇ ਵਿਰੋਧਤਾ ਵੀ ਕੀਤੀ ਸੀ, ਮੁਖਾਲਫਤ ਵੀ ਕੀਤੀ ਸੀਗੀ। ਤਾਂ ਇਹਦੇ ਵਿੱਚ ਕਿਵੇਂ ਪੰਜਾਬ, ਤਾਂ ਉਹ ਮੈਂ ਦੱਸ ਦਿੰਦਾ ਤੁਹਾਨੂੰ। ਤੀਜੀ ਕਲਾਸ ਦੇ ਲਈ ਜਿਹੜੇ ਟੈਸਟ ਹੋਏ ਉਹਦੇ ਵਿੱਚ ਲੈਂਗੁਏਜ ਦੇ ਵਿੱਚ ਇਹਨਾਂ ਨੂੰ 355 ਨੰਬਰ ਪੰਜਾਬੀ ਭਾਸ਼ਾ 'ਚ ਜੀ। ਫਿਰ ਹਿਸਾਬ 339, ਇਨਵਾਇਰਮੈਂਟਲ ਸਟੱਡੀਜ਼ 334, ਜਦ ਕਿ ਇਹਨਾਂ ਤਿੰਨਾਂ ਨੂੰ ਜੇ ਕਰਮਵਾਰ ਤੁਸੀਂ ਦਿੱਲੀ ਦੇ ਲਿਹਾਜ਼ ਨਾਲ ਦੇਖੋਗੇ ਤਾਂ ਜਿੱਥੇ ਲੈਂਗੁਏਜ ਦੇ ਵਿੱਚ 355, ਦਿੱਲੀ ਵਾਲਿਆਂ ਦੇ ਕਿੰਨੇ 302। ਅੱਛਾ ਜੀ। ਮੈਥ ਦੇ ਵਿੱਚ 339 ਸਾਡੇ, ਤਾਂ ਇਹਨਾਂ ਦੇ ਕਿੰਨੇ 282। ਫਿਰ ਇਨਵਾਇਰਮੈਂਟਲ ਸਟੱਡੀਜ਼ ਦੇ ਵਿੱਚ 334 ਤਾਂ ਇਹਨਾਂ ਦੇ 288। ਮਤਲਬ ਕਿ ਇਹ ਤਕਰੀਬਨ 300 ਤੋਂ ਥੱਲੇ ਹੀ ਰਹਿ ਗਿਆ। ਫਿਰ ਮੈਨੂੰ ਲੱਗਦਾ ਤੁਹਾਡੇ ਅੰਕੜੇ ਦੇਖਣ ਤੋਂ ਬਾਅਦ, ਦੱਸਣ ਤੋਂ ਬਾਅਦ ਤਾਂ ਪਿੰਡ ਵਾਲੇ ਨੇ ਆਖਣਾ ਬਾਈ ਸਾਡੇ ਵਾਲਾ ਮਾਡਲ ਹੀ ਫੋਲੋ ਕਰ ਲਓ। ਆਹ ਉਹੀ ਰੌਲਾ ਪੈ ਰਿਹਾ ਨਾ ਕਿ ਜਿਹੜੀ ਵਿਰੋਧੀ ਧਿਰ ਉਹ ਕਹਿ ਰਹੀ ਆ ਕਿ ਦੇਖੋ ਇਹ ਜਿਹੜਾ ਮਾਡਲ ਬਾਜਵਾ, ਇਹੀ ਤੇ ਕਹਿ ਰਹੇ ਸਨ ਪ੍ਰਤਾਪ ਸਿੰਘ ਬਾਜਵਾ ਕਿ ਇਹ ਮਾਡਲ ਦਿੱਲੀ ਜਾਣਾ ਚਾਹੀਦਾ, ਐਵੇਂ ਪੰਜਾਬ ਨੂੰ ਬਦਨਾਮ ਨਾ ਕਰੋ। ਅੱਛਾ, ਫਿਰ ਜੇ ਅੱਗੇ ਦੇਖੋਗੇ ਤਾਂ 5ਵੀਂ ਕਲਾਸ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੈ ਕਿ ਲੈਂਗੁਏਜ ਦੇ ਵਿੱਚ ਫਿਰ 339 ਹੈ ਪੰਜਾਬ ਦੇ, ਮੈਥ ਦੇ ਵਿੱਚ 310, ਇਨਵਾਇਰਮੈਂਟਲ ਸਟੱਡੀ ਦੇ ਵਿੱਚ 310 ਹੈ, ਜਦ ਕਿ ਦਿੱਲੀ ਦੇ ਜੇ ਆਪਾਂ ਦੇਖੀਏ ਤਾਂ ਲੈਂਗੁਏਜ ਦੇ ਵਿੱਚ 304 ਜੀ, ਫਿਰ ਮੈਥ ਦੇ ਵਿੱਚ 273 ਜੀ, ਤੇ ਫਿਰ ਇਨਵਾਇਰਮੈਂਟਲ ਸਟੱਡੀਜ਼ ਦੇ ਉਹਨਾਂ ਦੇ ਮਹਿਜ਼ 274। ਤਾਂ ਇਸੇ ਤਰ੍ਹਾਂ 8ਵੀਂ ਆ ਗਿਆ, 338 ਹੈ ਪੰਜਾਬ ਦੇ ਇਹਦੇ ਵਿੱਚ ਲੈਂਗੁਏਜ 'ਚ ਜੀ, ਮੈਥ ਦੇ ਵਿੱਚ 297, ਸਾਇੰਸ ਦੇ ਵਿੱਚ 287, ਸੋਸ਼ਲ ਸਾਇੰਸ ਦੇ ਵਿੱਚ 288। ਮਤਲਬ ਨੇੜੇ ਤੇੜੇ ਆਉਣ ਨਹੀਂ ਦਿੱਤਾ। ਹਾਂਜੀ, ਇੱਥੇ ਦਿੱਲੀ ਦਾ ਮਤਲਬ ਕਿ 8ਵੀਂ ਦੇ ਵਿੱਚ ਥੋੜ੍ਹਾ ਪ੍ਰਦਰਸ਼ਨ ਸੁਧਰਦਾ, ਇਹਨਾਂ ਦੇ ਇੱਥੇ ਲੈਂਗੁਏਜ ਦੇ ਵਿੱਚ 316 ਹੋ ਜਾਂਦੇ ਆ, ਮੈਥ ਦੇ ਵਿੱਚ ਡਿੱਗ ਪੈਂਦੇ ਆ 253, ਸਾਇੰਸ ਦੇ ਵਿੱਚ 257, ਤੇ ਫਿਰ ਜੇ ਸੋਸ਼ਲ ਸਾਇੰਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਮਹਿਜ਼ 254। ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਹੜਾ ਦਿੱਲੀ ਮਾਡਲ ਪ੍ਰਚਾਰਿਆ ਗਿਆ ਖਾਸ ਤੌਰ 'ਤੇ ਸਿੱਖਿਆ ਖੇਤਰ ਨੂੰ ਲੈ ਕੇ, ਕਿਉਂਕਿ ਦੋ ਚੀਜ਼ਾਂ 'ਤੇ ਹੀ ਇਹ ਖੇਡਦੇ ਆ ਸਿਆਸਤ, ਕਿਉਂਕਿ ਹਰ ਇੱਕ ਬੰਦੇ ਦੀ ਇੱਕ ਖਾਸੀਅਤ ਹੁੰਦੀ ਆ, ਉਹਦੀ ਇੱਕ ਮੁਹਾਰਤ ਹੁੰਦੀ ਹੈ ਕਿ ਬਈ ਜ਼ਿੰਦਗੀ 'ਚ ਮੈਨੂੰ ਆਹ ਚੀਜ਼ ਦਾ ਜਿਹੜਾ ਨਾ ਵੱਲ ਪੂਰਾ ਟਿਕਾ ਗਿਆ। ਤਾਂ ਉਸੇ ਤਰ੍ਹਾਂ ਰਾਜਨੀਤੀ ਦੇ ਵਿੱਚ ਵੀ ਕੁਝ ਚੀਜ਼ਾਂ ਜਿਹੜੀਆਂ, ਕੁਝ ਏਜੰਡੇ ਜਿਹੜੇ ਆ ਉਹ ਤੁਹਾਡੇ ਬੜੇ ਅਹਿਮ ਹੋ ਜਾਂਦੇ ਨੇ, ਕੁਝ ਪ੍ਰਾਪਤੀਆਂ ਤੁਹਾਡੀਆਂ ਅਹਿਮ ਹੋ ਜਾਂਦੀਆਂ। ਤਾਂ ਇਹਨਾਂ ਨੇ ਹਮੇਸ਼ਾ ਜਿੱਥੇ ਵੀ ਜਾ ਕੇ ਰਾਜਨੀਤੀ 'ਚ ਖੰਭ ਖਿਲਾਰੇ ਨੇ, ਪੈਰ ਜਮਾਉਣ ਦਾ ਯਤਨ ਕੀਤਾ, ਤਾਂ ਉੱਥੇ ਦੋ ਚੀਜ਼ਾਂ 'ਤੇ ਇਹਨਾਂ ਦਾ ਹਮੇਸ਼ਾ ਧਿਆਨ ਰਿਹਾ, ਇੱਕ ਸਿੱਖਿਆ ਅਤੇ ਦੂਸਰਾ ਸਿਹਤ। ਮੁਹੱਲਾ ਕਲੀਨਿਕ ਅਤੇ ਦਿੱਲੀ ਦੇ ਸਕੂਲ ਉਹਨਾਂ ਨੂੰ ਬਹੁਤ ਵਡਿਆਇਆ ਗਿਆ। ਹੁਣ ਜੇ ਤੇ ਇਹ ਕਹਿੰਦੇ ਆ ਕਿ ਇਹ ਜੀ ਇਹ ਸਰਵੇ ਹੀ ਗਲਤ ਆ, ਫਿਰ ਵੀ ਕਹਾਣੀ ਪੁੱਠੀ ਹੈ ਕਿ ਇਸ ਸਰਵੇ ਦੇ ਵਿੱਚ ਇੰਨੇ ਲੱਖਾਂ ਬੱਚੇ ਜਿਹੜੇ ਨੇ ਉਹ ਸ਼ਾਮਲ ਹੋਏ ਨੇ, ਤਾਂ ਤੁਸੀਂ ਉਹਨੂੰ ਗਲਤ ਸਾਬਤ ਵੀ ਕਿਵੇਂ ਕਰੋਗੇ? ਤੁਹਾਡੇ ਕੋਲ ਫੈਕਟ ਵੀ ਹੋਣੇ ਚਾਹੀਦੇ ਆ, ਤੁਹਾਡੇ ਕੋਲ ਆਧਾਰ ਵੀ ਹੋਣਾ ਚਾਹੀਦਾ। ਜੇ ਹੁਣ ਤੁਸੀਂ ਇਹਨੂੰ ਸਹੀ ਮੰਨਦੇ ਹੋ ਤੇ ਫਿਰ ਤੁਸੀਂ ਕਿਹੜੇ ਮੂੰਹ ਨਾਲ ਉਸ ਵੇਲੇ ਰੌਲਾ ਪਾਇਆ ਕਿ ਦਿੱਲੀ ਦਾ ਮਾਡਲ ਉੱਤਮ ਹੈ ਤੇ ਪੰਜਾਬ ਦੇ ਸਿੱਖਿਆ ਢਾਂਚੇ ਦੀ ਤੇ ਬਈ ਹਾਲਤ ਜਿਹੜੀ ਹੈ ਨਾ ਉਹ ਗਸ਼ੀ ਪੈਣ ਵਾਲੀ ਹੈ? ਕਿਉਂਕਿ ਤਾਂ ਹੀ ਤਾਂ ਤੁਸੀਂ ਦੇਖੋ ਨਾ, ਤਾਂ ਅਕਾਲੀ ਤੇ ਜਾਂ ਕਾਂਗਰਸੀ ਇਹ ਇਕੱਠੇ ਹੋ ਕੇ ਵਿਰੋਧ ਕਰ ਰਹੇ ਨੇ ਹੁਣ। ਕਿਉਂਕਿ ਜੇ ਮਤਲਬ ਕਿ ਆਪਾਂ ਪ੍ਰਾਪਤੀ ਦੀ ਗੱਲ ਕਰਾਂਗੇ ਤਾਂ ਉਹ ਪਿਛਲੇ ਸਰਕਾਰ ਦੇ ਖਾਤੇ 'ਚ ਚਲੇ ਜਾਊਗਾ ਸਾਰਾ ਕੁਛ।
ਕਿ ਬਾਈ ਇਹ ਤਾਂ ਸਾਰਾ ਕੁਝ ਜਿਹੜਾ ਪਿਛਲੀ ਸਰਕਾਰ ਕਰਕੇ ਗਈ ਹੈ। ਸੋ ਇਸ ਕਰਕੇ ਫਿਰ ਜਦੋਂ ਕਸੂਤਾ ਫਸ ਜਾਵੇ ਬੰਦਾ, ਗੁਰਦਾਸ ਮਾਨ ਦਾ ਗਾਣਾ ਚੇਤੇ ਆ ਜਾਂਦਾ, ਬੋਲਣ ਦੇ ਨਾਲ ਚੁੱਪ ਚੰਗੇਰੀ ਚੁੱਪ ਦੇ ਨਾਲੋਂ ਪਰਦਾ, ਜੇ ਮਨਸੂਰ ਨਾ ਬੋਲਦਾ ਤੇ ਫਿਰ ਸੂੜੀ ਕਾਹਨੂੰ ਚੜਦਾ। ਆਹ ਕਹਾਣੀ ਹੈ ਜੀ। ਇਸ ਕਰਕੇ ਜਾਬਾਂ ਦੇ ਭੇੜ ਵੀ ਹੋ ਰਹੇ ਆ, ਪਰ ਦੂਸਰੇ ਪਾਸੇ ਇੱਕ ਚੁੱਪ ਵੀ ਹੈ, ਤੇ ਚੁੱਪ ਇੱਕ ਚੁੱਪ ਤੇ 100 ਸੁੱਖ। ਦੇਖੋ ਦਿੱਲੀ ਵਾਲੇ ਮਾਡਲ ਨੂੰ ਕਿੰਨਾ ਪ੍ਰਚਾਰ ਕੇ ਕਿੰਨੀ ਐਡਵਰਟਾਈਜ਼ਮੈਂਟ ਕੀਤੀ ਗਈ, ਉਹ ਲਿਆ ਕੇ ਇੱਥੇ ਥੋਪਿਆ ਗਿਆ। ਔਰ ਹਾਂਜੀ, ਇਹ ਅੰਕੜੇ ਨੇ ਜੀ, ਆਪਾਂ ਆਪਦੇ ਕੋਲੋਂ ਨਹੀਂ, ਜੋ ਐਕਚੁਅਲ ਰਿਪੋਰਟ ਆ ਉਹ ਪੜ੍ਹ ਕੇ ਸੁਣਾ ਦਿੱਤੀ ਹੈ ਕਿ ਡਿਫਰੈਂਸ ਕਿੰਨਾ ਵੱਡਾ ਹੈ, ਫਰਕ। ਇਹਦੇ ਤੇ ਕੋਈ ਬੋਲ ਵੀ ਨਹੀਂ ਰਿਹਾ, ਖਾਸ ਕਰਕੇ ਸਰਕਾਰ ਤਾਂ ਬਿਲਕੁਲ ਹੀ ਨਹੀਂ ਬੋਲ ਰਹੀ ਹੈ। ਮੈਂ ਉਹੀ ਕਹਿ ਰਿਹਾ ਨਾ, ਜੇ ਉਹ ਗਲਤ ਕਹਿੰਦੇ ਆ ਤਦ ਵੀ ਉਹਨਾਂ ਨੂੰ ਜਵਾਬ ਦੇਣਾ ਪਏਗਾ, ਜੇ ਉਹ ਸਹੀ ਕਹਿੰਦੇ ਤਦ ਵੀ ਜਵਾਬ ਦੇਣਾ ਪਵੇਗਾ। ਦੋਵਾਂ ਚੀਜ਼ਾਂ 'ਚ ਉਹ ਫਸ ਗਏ ਨਾ। ਜੀ ਜੀ ਬਿਲਕੁਲ ਮਿੰਟੂ ਜੀ। ਖੈਰ ਮਿੰਟੂ ਜੀ ਜੁੜੇ ਤੁਸੀਂ, ਮਿਹਰਬਾਨੀ ਜੀ, ਸ਼ੁਕਰੀਆ ਜੀ। ਤੇ ਦੁਬਾਰਾ ਫਿਰ ਨਵੇਂ ਪ੍ਰੋਗਰਾਮ ਦੇ ਵਿੱਚ ਅਗਲੇ ਹਫਤੇ ਮਿਲਦੇ ਹਾਂ ਸੋਮਵਾਰ ਨੂੰ। ਬਹੁਤ ਬਹੁਤ ਮਿਹਰਬਾਨੀ।